ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਗੁਰਦਾ ਗੱਦੀ ਦੇ ਤਖਤ ਤੇ ਸੁਭਾਏਮਾਨ ਪ੍ਰਗਟ ਪ੍ਰਤੱਖ ਗੁਰਾਂ ਕੀ ਦੇਹ ਹਰੀ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰਾਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਵਿੱਤਰ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਮੇਂ ਦੇ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ, ਦਰਸ਼ਨ ਦੀਦਾਰੇ ਸੇਵਾਵਾਂ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਸਾਨੂੰ ਇਹ ਸਤ ਸੰਗਤ ਦੀਆਂ ਸੇਵਾ ਸਿਮਰਨ ਦੀਆਂ ਹਾਜ਼ਰੀ ਦੀਆਂ ਘੜੀਆਂ ਬਖਸ਼ੀਆਂ ਹਨ। ਆਓ ਇਸ ਸਮੇਂ ਦਾ ਲਾਭ ਉਠਾਈਏ। ਸਾਹਿਬਾਂ ਦੀ ਪਵਿੱਤਰ ਗੁਰਬਾਣੀ ਲੜੀਵਾਰ ਕਥਾ ਵਿਚਾਰ ਗੁਰਾਂ ਦਾ ਉਪਦੇਸ਼ ਸਰਵਣ ਕਰਨ ਹਿਤ ਸੁਰਤੀਆਂ ਬਿਰਤੀਆਂ ਕਰੋ ਇਕਾਗਰ। ਸਾਰੀ ਹੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਘਰ ਛੇਵਾਂ ਕਰਣ ਕਾਰਣ ਏਕ ਉਹੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 51 ਦੇ ਉੱਤੇ ਇਹ ਸ਼ਬਦ ਸੁਭਾਏਮਾਨ ਹੈ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਰਹੇ ਨੇ। ਸ੍ਰੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਦੇ ਮੁਖ ਤੋਂ ਪ੍ਰਗਟ ਹੋਇਆ ਉਪਦੇਸ਼ ਧਰੋਂ ਆਈ ਬਾਣੀ, ਜਿਸ ਨੂੰ ਘਰ ਛੇਵਾਂ ਛੇਵੇਂ ਘਰ ਸੁਰ ਤਾਲ ਦੇ ਅੰਦਰ ਕੀਰਤਨ ਕਰਨ ਦੇ ਵਾਸਤੇ ਮਹਾਰਾਜ ਪ੍ਰੇਰਣਾ ਕਰ ਰਹੇ ਨੇ ਵੀ ਛੇਵੇਂ ਘਰ ਦੇ ਵਿੱਚ ਇਹਦਾ ਕੀਰਤਨ ਕਰਨਾ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਿੱਖਾਂ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਇਹ ਸੰਸਾਰ ਕਿਵੇਂ ਬਣਿਆ ਹੈ? ਕਿਉਂਕਿ ਬਹੁਤ ਮਤਾਂ ਦੇ ਵਖਰੇਵੇਂ ਹਨ। ਕੋਈ ਕਹਿੰਦਾ ਹੈ ਵੀ ਜਗਤ ਦੀ ਜੋ ਰਚਨਾ ਹੈ ਉਹ ਕਰਮਾਂ ਕਰਕੇ ਹੋਈ ਹੈ। ਕੋਈ ਕਹਿੰਦਾ ਹੈ ਵੀ ਜਗਤ ਪਰਮਾਣੂਆਂ ਕਰਕੇ ਬਣਿਆ ਹੈ। ਕੋਈ ਕਹਿੰਦਾ ਹੈ ਵੀ ਜਗਤ ਮਾਇਆ ਦੀ ਰਚਤ ਹੈ। ਕਿਸੇ ਨੇ ਮਹਾਰਾਜ ਜੀਓ ਅਗਿਆਨ ਨੂੰ ਸੰਸਾਰ ਦੀ ਉਤਪਤੀ ਦਾ ਕਾਰਨ ਮੰਨਿਆ ਹੈ। ਕੋਈ ਕਾਲ ਨੂੰ ਹੀ ਜਗਤ ਦੀ ਰਚਨਾ ਦਾ ਕਾਰਨ ਮੰਨਦਾ ਹੈ। ਆਪ ਕਿਰਪਾ ਕਰਕੇ ਦੱਸੋ ਪਾਤਸ਼ਾਹ ਜੀ, ਇਹ ਜਗਤ ਦੀ ਰਚਨਾ ਦਾ ਕਾਰਨ ਕੀ ਹੈ? ਜਗਤ ਬਣਿਆ ਕਿਵੇਂ ਹੈ? ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਸਿੱਖਾਂ ਦੇ ਸੰਸ਼ੇ ਕੱਢਣ ਲਈ ਭਰਮ ਨਿਵਰਤੀ ਵਾਸਤੇ ਕਹਿੰਦੇ ਨੇ ਕਾਰਨ ਕਾਰਨ ਏਕ ਉਹੀ। ਮਹਾਰਾਜ ਕਹਿੰਦੇ ਵੀ ਜਿੰਨੇ ਵੀ ਜਗਤ ਦੀ ਰਚਨਾ ਦੇ ਕਾਰਨ ਵਿਦਵਾਨਾਂ ਨੇ ਮੰਨੇ ਹਨ, ਉਹਨਾਂ ਸਾਰਿਆਂ ਕਾਰਨਾਂ ਦਾ ਕਰਤਾ ਤਾਂ ਇੱਕ ਵਾਹਿਗੁਰੂ ਹੀ ਹੈ। ਕਿਉਂਕਿ ਜੇ ਸੰਸਾਰ ਦੀ ਰਚਨਾ ਦਾ ਕਰਤਾ ਕਹਿੰਦੇ ਵੀ ਕਰਮਾਂ ਨੂੰ ਮੰਨੀਏ ਤਾਂ ਕਰਮ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਸਰੀਰ ਕਰਕੇ ਹੁੰਦੇ ਹਨ, ਤੇ ਸਰੀਰ ਆਪਣੇ ਆਪ ਜੜ ਹੈ। ਇਹਦੇ ਵਿੱਚ ਪਰਮੇਸ਼ਰ ਦੀ ਜੋਤ ਹੋਵੇ ਤੇ ਤਾਂ ਹੀ ਬੰਦਾ ਕਰਮ ਕਰ ਸਕਦਾ ਹੈ ਨਾ, ਆਪਣੇ ਆਪ ਕੀ ਕਰਮ ਕਰੂਗਾ। ਇਸ ਕਰਕੇ ਜੇ ਕਰਮਾਂ ਨੂੰ ਵੀ ਜਗਤ ਦੀ ਰਚਨਾ ਦਾ ਕਾਰਨ ਮੰਨੋ ਤਾਂ ਇਹ ਕਰਮ ਕਰਾਉਣ ਦੇ ਪਿੱਛੇ ਵੀ ਸ਼ਕਤੀ ਪਰਮੇਸ਼ਰ ਦੀ ਕੰਮ ਕਰ ਰਹੀ ਹੈ। ਜੇ ਪਰਮਾਣੂਆਂ ਨੂੰ ਮੰਨੋ ਵੀ ਜਗਤ ਦੀ ਰਚਨਾ ਦਾ ਕਾਰਨ ਪਰਮਾਣੂ ਹਨ, ਤਾਂ ਆਪਣੇ ਆਪ ਪਰਮਾਣੂ ਇਕੱਠੇ ਨਹੀਂ ਹੋ ਸਕਦੇ, ਜੜ ਹਨ। ਇਹਨਾਂ ਦੇ ਵਿੱਚ ਵੀ ਜੋ ਚੇਤਨਤਾ ਹੈ ਉਹ ਪਰਮੇਸ਼ਰ ਨੇ ਬਖਸ਼ੀ ਹੈ। ਵਾਹਿਗੁਰੂ ਦੀ ਚੇਤਨਤਾ ਕਰਕੇ ਹੀ ਪਰਮਾਣੂ ਜੁੜਦੇ ਨੇ, ਇਕੱਠੇ ਹੁੰਦੇ ਨੇ। ਤੇ ਜੇ ਜਗਤ ਦੀ ਰਚਨਾ ਦਾ ਕਾਰਨ ਪਰਮਾਣੂ ਮੰਨੀਏ ਤਾਂ ਫਿਰ ਵੀ ਇਹਦੇ ਪਿੱਛੇ ਪਰਮੇਸ਼ਰ ਦੀ ਸ਼ਕਤੀ ਹੈ। ਜੇ ਜਗਤ ਦੀ ਰਚਨਾ ਦਾ ਕਾਰਨ ਕਹਿੰਦੇ ਵੀ ਮਾਇਆ ਸਮਝ ਲਓ ਤਾਂ ਮਾਇਆ ਵੀ ਵਾਹਿਗੁਰੂ ਦੇ ਸਰੂਪ ਦੇ ਵਿੱਚੋਂ ਪ੍ਰਗਟ ਹੋਈ ਮਾਇਆ ਮਹਾ ਮਾਇਆ
ਤਾ ਕੀ ਹੈ ਛਾਇਆ। ਇਹ ਵੀ ਪਰਮੇਸ਼ਰ ਦੀ ਛਾਇਆ ਹੀ ਹੈ, ਵਾਹਿਗੁਰੂ ਤੋਂ ਹੀ ਪ੍ਰਗਟ ਹੋਈ ਹੈ। ਤੇ ਇਸੇ ਤਰ੍ਹਾਂ ਜੇ ਕਾਲ ਨੂੰ ਜਗਤ ਦੀ ਰਚਨਾ ਦਾ ਕਾਰਨ ਮੰਨੀਏ ਤਾਂ ਕਾਲ ਨੂੰ ਪੈਦਾ ਕਰਨ ਵਾਲਾ, ਜੋ ਸਮੇਂ ਦੀ ਰਚਨਾ ਕਰਨ ਵਾਲਾ ਵੀ ਵਾਹਿਗੁਰੂ ਹੈ। ਕਾਲ ਚੱਕਰ ਵੀ ਪਰਮੇਸ਼ਰ ਦੇ ਹੁਕਮ ਵਿੱਚ ਹੀ ਚੱਲਦਾ ਹੈ। ਤੇ ਜੇ ਅਗਿਆਨ ਨੂੰ ਜਗਤ ਦਾ ਕਾਰਨ ਮੰਨੀਏ ਵੀ ਜਗਤ ਦੇ ਰਚਨ ਦਾ ਕਾਰਨ ਅਗਿਆਨ ਹੈ, ਕਹਿੰਦੇ ਅਗਿਆਨ ਵੀ ਆਪਣੇ ਆਪ ਜੜ ਹੈ, ਕਿਉਂਕਿ ਅਗਿਆਨ ਲਾਏ ਸਵਾਲਿਆ। ਆਪ ਹੀ ਅਗਿਆਨਤਾ 'ਚ ਲਾ ਕੇ ਸਾਰੇ ਜਗਤ ਨੂੰ ਪਰਮੇਸ਼ਰ ਨੇ ਬੇਸੁੱਧ ਕੀਤਾ ਹੋਇਆ। ਇਸ ਕਰਕੇ ਜਿਹੜੇ ਇੱਦਾਂ ਦੇ ਵੱਖ-ਵੱਖ ਕਿੰਨੇ ਵੀ ਕਾਰਨ ਹੈ, ਕੋਈ ਮਾਇਆ ਨੂੰ ਮੰਨੇ, ਕੋਈ ਪਰਮਾਣੂਆਂ ਨੂੰ, ਕੋਈ ਸਮੇਂ ਨੂੰ, ਕੋਈ ਅਗਿਆਨ ਨੂੰ, ਇਤਿਆਦਿਕ ਜਿਹੜੇ ਕਾਰਨ ਹਨ, ਇਹਨਾਂ ਸਾਰਿਆਂ ਕਾਰਨਾਂ ਦਾ ਜਿਹੜਾ ਕਰਤਾ ਹੈ ਨਾ, ਉਹ ਤਾਂ ਹੈ ਗੁਰਸਿੱਖੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ। ਸਾਧ ਸੰਗਤ ਜੀ, ਇੱਕ ਹੁੰਦਾ ਹੈ ਕਾਰਜ ਤੇ ਇੱਕ ਹੁੰਦਾ ਹੈ ਕਾਰਨ। ਜਿਸ ਬਹਾਨੇ ਦੇ ਨਾਲ ਕੋਈ ਕੰਮ ਬਣ ਜਾਵੇ, ਬਹਾਨੇ ਦਾ ਨਾਮ ਕਾਰਨ ਹੈ ਤੇ ਕੰਮ ਬਣ ਜਾਣ ਦਾ ਨਾਮ ਕਾਰਜ ਹੈ। ਤੇ ਸਾਰੇ ਜਗਤ ਦੇ ਪੈਦਾ ਕਰਨ ਦਾ ਬਹਾਨਾ ਵੀ ਪਰਮੇਸ਼ਰ ਆਪ ਹੀ ਹੈ ਤੇ ਜਗਤ ਰੂਪ ਵੀ ਅਸਲ ਦੇ ਵਿੱਚ ਆਪ ਹੀ ਹੈ। ਇਹ ਜਿੰਨੇ ਵੀ ਸੂਖਮ ਤੱਤ, ਸਥੂਲ ਤੱਤ ਸ੍ਰਿਸ਼ਟੀ ਦੀ ਰਚਨਾ ਦੇ ਕਾਰਨ ਮੰਨੇ ਹਨ, ਇਹਨਾਂ ਸਾਰਿਆਂ ਹੀ ਕਾਰਨਾਂ ਦਾ ਕਰਤਾ ਅਕਾਲ ਪੁਰਖ ਵਾਹਿਗੁਰੂ ਇੱਕ ਉਹ ਆਪ ਹੀ ਹੈ। ਜਿਨ ਕੀਆ ਆਕਾਰ, ਜਿਸ ਵਾਹਿਗੁਰੂ ਨੇ ਸੂਖਮ ਅਤੇ ਅਸਥੂਲ ਸ੍ਰਿਸ਼ਟੀ ਦਾ ਆਕਾਰ ਬਣਾਇਆ ਹੈ। ਆਪ ਨਿਰਾਕਾਰ ਰੂਪ ਹੈ, ਆਪ ਪਰਮੇਸ਼ਰ ਦੀ ਕੋਈ ਮੂਰਤੀ ਨਹੀਂ ਹੈ। ਆਪ ਕਿਸੇ ਉਹ ਆਕਾਰ ਦੇ ਵਿੱਚ ਨਹੀਂ ਆਇਆ, ਕਿਸੇ ਰੰਗ ਢੰਗ ਦੇ ਵਿੱਚ ਨਹੀਂ ਆਉਂਦਾ, ਪਰ ਆਪਣੇ ਤੋਂ ਨੇ ਸੂਖਮ ਸ੍ਰਿਸ਼ਟੀ ਦਾ ਵੀ ਆਕਾਰ ਰਚ ਦਿੱਤਾ। ਸਾਰਾ ਦਿਖਦਾ ਹੋਇਆ ਜੋ ਜਗਤ ਹੈ ਨੂੰ ਮੂਰਤੀਮਾਨ ਵੀ ਉਸ ਪਰਮੇਸ਼ਰ ਨੇ ਹੀ ਕੀਤਾ ਹੈ। ਤਿਸਹਿ ਧਿਆਵਹੁ ਮਨ ਮੇਰੇ। ਇਸ ਕਰਕੇ ਸਾਹਿਬ ਪੰਚਮ ਪਾਤਸ਼ਾਹ ਕਹਿੰਦੇ, ਹੇ ਮੇਰੇ ਪਿਆਰਿਆ ਮਨਾ, ਇੱਧਰ ਉੱਧਰ ਦੇ ਆ ਜੋ ਸੰਕਲਪ ਖਿਆਲ ਜੇ ਛੱਡਦੇ ਆ, ਕਾਰਨਾਂ 'ਚ ਨਾ ਪੈ। ਕਾਰਨ ਕੋਈ ਵੀ ਹੋ ਸਕਦਾ, ਪਰ ਉਹਨੂੰ ਕਰਨ ਵਾਲਾ ਪਰਮੇਸ਼ਰ ਇਸ ਗੱਲ ਤੇ ਟਿਕ ਜਾ। ਕਾਰਨ ਕੋਈ ਵੀ ਮੰਨ ਲਓ ਜਗਤ ਦੇ ਬਣਨ ਦਾ, ਸੰਸਾਰ ਦੇ ਬਣਨ ਦਾ, ਤਾਰੇ ਚੰਦਰਮਾ ਵੀ ਇਹ ਫਲਾਨਾ ਕਾਰਨ ਹੈ, ਪਰ ਉਹ ਸਭ ਕਾਰਨਾਂ ਦਾ ਕਰਤਾ ਵਾਹਿਗੁਰੂ ਹੈ। ਇਸ ਕਰਕੇ ਤਿਸਹਿ ਧਿਆਵਹੁ ਮਨ ਮੇਰੇ। ਹੇ ਮੇਰੇ ਪਿਆਰਿਆ ਮਨਾ, ਹੇ ਗੁਰਸਿੱਖੋ, ਉਸ ਵਾਹਿਗੁਰੂ ਨੂੰ ਧਿਆਓ, ਉਸ ਮਾਲਕ ਨੂੰ ਦਿਲ ਦੀਆਂ ਗਹਿਰਾਈਆਂ ਦੇ ਨਾਲ ਚੇਤੇ ਕਰਿਆ ਕਰੋ। ਸਰਬ ਕੋ ਆਧਾਰ, ਕਿਉਂਕਿ ਸਾਰਿਆਂ ਦਾ ਆਧਾਰ ਆਸਰਾ ਵਾਹਿਗੁਰੂ ਹੀ ਹੈ। ਜਿਵੇਂ ਕਿਸੇ ਵੀ ਮਕਾਨ ਦਾ ਆਸਰਾ ਨੀਹਾਂ ਕੰਧਾਂ ਜਾਂ ਬੁਰਜੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਸਭ 84 ਲੱਖ ਜੂਨੀਆਂ ਦਾ, ਸਭ ਬ੍ਰਹਮੰਡਾਂ ਦਾ ਆਧਾਰ ਜੋ ਆਸਰਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਹੈ। ਗੁਰ ਕੇ ਚਰਨ ਮਨ ਮਹਿ ਧਿਆਏ। ਇਸ ਕਰਕੇ ਭਾਈ ਤੂੰ ਜੇ ਸੋਝੀ ਲੈਣੀ ਹੈ ਤਾਂ ਗੁਰੂ ਸਾਹਿਬ ਦੀ ਸ਼ਰਨ ਆ। ਗੁਰੂ ਮਹਾਰਾਜ ਦੇ ਜਿਹੜੇ ਚਰਨ ਹਨ, ਮਨ ਮਹਿ ਧਿਆਏ, ਆਪਣੇ ਮਨ ਦੇ ਵਿੱਚ ਧਿਆਉਣਾ ਕਰ। ਚਿੱਤ ਚਰਨ ਨਾਮ, ਜੋ ਨਾਮ ਜਪਣਾ ਹੈ ਇਹ ਚਿੱਤ ਵਿੱਚ ਚਰਨ ਵਸਾਉਣੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਦੇ ਚਰਨ ਕਮਲ ਆਪਣੇ ਮਨ ਵਿੱਚ ਵਸਾ, ਚਰਨਾਂ ਨੂੰ ਧਿਆਇਆ ਕਰ। ਭਾਵ ਕਿ ਆਪਣੇ ਆਪ ਨੂੰ ਗੁਰੂ ਦੀ ਸ਼ਰਨ ਪਿਆ, ਹਰ ਸਮੇਂ ਮਹਿਸੂਸ ਕਰ ਗੁਰਾਂ ਦੀ ਸ਼ਰਨ ਵਿੱਚ ਆਇਆ। ਰੱਖ ਆਪਣੇ ਮਨ ਨੂੰ, ਤਨ ਨੂੰ। ਛੋੜ ਸਗਲ ਸਿਆਣਪਾਂ, ਆ ਜਿਹੜੀਆਂ ਹੋਰ ਸਿਆਣਪਾਂ ਬੁੱਧੀ ਦੀਆਂ ਚਤੁਰਾਈਆਂ, ਜਿਨ੍ਹਾਂ ਸਿਆਣਪਾਂ ਚਤੁਰਾਈਆਂ ਕਰਕੇ ਨਾਸਤਿਕਤਾ ਪੈਦਾ ਹੁੰਦੀ ਹੈ ਮਨ ਦੇ ਅੰਦਰ, ਜਿਸ ਕਰਕੇ ਬੰਦੇ ਦੀ ਬੁੱਧ ਖੁਸ਼ਕ ਹੋ ਜਾਂਦੀ ਹੈ। ਉਹਦੇ ਵਿੱਚ ਖੁਸ਼ਕੀ ਕਿਹੜੀ ਪੈਂਦੀ ਹੈ? ਜੋ ਬੇਮੁਖ ਹੋਣ ਰੂਪੀ ਖੁਸ਼ਕੀ ਪੈ ਜਾਂਦੀ ਹੈ। ਤੇ ਜਿਵੇਂ ਸਾਧ ਸੰਗਤ ਸਿਰ ਦੇ ਵਿੱਚ ਖੁਸ਼ਕੀ ਹੋਵੇ ਤਾਂ ਸਿਰ ਦੁਖਦਾ ਹੈ ਨਾ, ਇਸੇ ਤਰ੍ਹਾਂ ਬੁੱਧੀ ਵਿੱਚ ਖੁਸ਼ਕੀ ਹੋਵੇ ਤੇ ਬੰਦਾ ਫਿਰ ਨਿੰਦਾ ਕਰਦਾ, ਕਿਉਂਕਿ ਹਰ ਸਮੇਂ ਹਰ ਗੱਲ ਤੇ ਕਿੰਤੂ, ਹਰ ਗੱਲ ਦੇ ਉੱਤੇ ਉਹਨੇ ਸ਼ੱਕ ਕਰਨਾ, ਹਰ ਗੱਲ ਦੇ ਉਲਟ ਚੱਲਣਾ ਵੀ ਐਵੇਂ ਕਿਵੇਂ ਹੋ ਸਕਦਾ। ਇਸ ਕਰਕੇ ਇਹ ਜਿਹੜੀਆਂ ਬੁੱਧੀ ਦੀਆਂ ਉਹ ਸਿਆਣਪਾਂ ਛੱਡ ਦੇ ਜਿਨ੍ਹਾਂ ਕਰਕੇ ਨਾਸਤਿਕਤਾ ਪੈਦਾ ਹੋਵੇ, ਵਾਹਿਗੁਰੂ ਤੋਂ ਬੇਮੁਖਤਾ ਪੈਦਾ ਹੋਵੇ। ਇਸ ਕਰਕੇ ਛੋੜ ਸਗਲ ਸਿਆਣਪਾਂ, ਛੱਡ ਦੇ ਆਪਣੀਆਂ ਮਨ ਆਈ ਦੀਆਂ ਚਤੁਰਾਈਆਂ। ਸਾਚ ਸ਼ਬਦ ਲਿਵ ਲਾਏ, ਸੱਚਾ ਹੈ ਮਹਾਰਾਜ ਦਾ ਸ਼ਬਦ ਉਪਦੇਸ਼। ਗੁਰੂ ਸਾਹਿਬ ਜੀ ਦਾ ਜੋ ਮੰਤਰ ਹੈ, ਗੁਰੂ ਮਹਾਰਾਜ ਜੀ ਦੀ ਜੋ ਬਾਣੀ ਹੈ,
ਗੁਰੂ ਸਾਹਿਬ ਜੀ ਦੀ ਜੋ ਸਿੱਖਿਆ ਹੈ। ਸ਼ਬਦ ਦੇ ਅਰਥ ਇਹ ਬਣ ਗਏ, ਸ਼ਬਦ ਦਾ ਅਰਥ ਉਪਦੇਸ਼, ਸ਼ਬਦ ਦਾ ਅਰਥ ਗੁਰਾਂ ਦਾ ਮੰਤਰ, ਸ਼ਬਦ ਦਾ ਭਾਵ ਗੁਰੂ ਸਾਹਿਬ ਦੀ ਬਾਣੀ, ਸ਼ਬਦ ਦਾ ਭਾਵ ਗੁਰੂ ਸਾਹਿਬ ਦੀ ਸਿੱਖਿਆ। ਕਹਿੰਦੇ ਵੀ ਗੁਰੂ ਦੀ ਸਿੱਖਿਆ ਤੇ ਚੱਲ ਹਾਂ ਤੂੰ ਕੀ ਲੈਣਾ ਆਪਣੀਆਂ ਸਿਆਣਪਾਂ ਚਤੁਰਾਈਆਂ ਕਰਕੇ। ਜੋ ਗੁਰੂ ਪਾਤਸ਼ਾਹ ਨੇ ਸਾਨੂੰ ਕਹਿਤਾ ਮਹਾਰਾਜ ਸਤ ਬਚਨ, ਇਹ ਮਹਾਰਾਜ ਦਾ ਬਚਨ ਸਤ ਕਰਕੇ ਮੰਨ, ਗੁਰੂ ਦੇ ਸ਼ਬਦ ਵਿੱਚ ਆਪਣੀ ਲਿਵ ਚਿੱਤ ਦੀ ਬਿਰਤੀ ਜੋੜ, ਗੁਰਬਾਣੀ ਦੁਆਰਾ ਵਾਹਿਗੁਰੂ ਦੇ ਨਾਲ ਆਪਣਾ ਅੰਦਰ ਦਾ ਖਿਆਲ ਲਾ ਲਾ। ਵਿਸ਼ਰਾਮ ਦੇ ਕੇ ਪੰਚਮ ਪਾਤਸ਼ਾਹ ਉਪਦੇਸ਼ ਕਰਦੇ ਹਨ, ਦੁਖ ਕਲੇਸ਼ ਨਾ ਭਾਉ ਵਿਆਪੈ। ਫਿਰ ਕਹਿੰਦੇ ਵੇਖ ਤੇਰੇ ਅੰਦਰ ਦੁੱਖ ਜੰਮਣ ਮਰਨ ਤੋਂ ਲੈ ਕੇ, ਜਨਮ ਤੋਂ ਲੈ ਕੇ ਮਰਨ ਤੀਕਰ ਦੇ ਸਾਰੇ ਦੁੱਖ, ਅਤੇ ਫਿਰ ਜੰਮਣਾ ਮਰਨਾ ਇਹ ਵੀ ਇੱਕ ਦੁੱਖ ਹੈ। ਇਹ ਜੰਮਣ ਮਰਨ ਦਾ ਦੁੱਖ ਤੇਰਾ ਕੱਟਿਆ ਜਾਵੇਗਾ। ਕਲੇਸ਼ 5 ਤਰ੍ਹਾਂ ਦੇ ਕਲੇਸ਼ ਹਨ, ਅਵਿਦਿਆ, ਅਸਮਤਾ, ਰਾਗ, ਦਵੈਸ਼, ਅਭਿਨਵੇਸ਼। ਕਹਿੰਦੇ ਵੀ ਇਹ ਤੇਰੇ 5 ਤਰ੍ਹਾਂ ਦੇ ਜਿਹੜੇ ਝਗੜੇ ਹਨ ਇਹ ਵੀ ਤੇਰੇ ਅੰਦਰੋਂ ਖਤਮ ਹੋ ਜਾਣਗੇ। ਦੁੱਖ ਕਲੇਸ਼ ਨਾ ਭਉ ਵਿਆਪੈ, ਨਾ ਹੀ ਤੈਨੂੰ ਕਿਸੇ ਪ੍ਰਕਾਰ ਦਾ ਭਉ, ਡਰ, ਕਿਸੇ ਤਰ੍ਹਾਂ ਦਾ ਵੀ ਤੇਰੇ ਅੰਦਰ ਭੈ ਇਹ ਵਿਆਪੇਗਾ ਨਹੀਂ। ਵਿਆਪਣਾ ਕੀ ਹੁੰਦਾ ਵੀ ਵਾਪਰਨਾ, ਜਿਹੜੀ ਚੀਜ਼ ਆ ਕੇ ਲੱਗ ਜਾਣੀ। ਨਾ ਦੁੱਖ ਲੱਗਣਗੇ, ਨਾ ਕਲੇਸ਼ ਝਗੜੇ, ਤੇ ਨਾ ਹੀ ਡਰ ਤੇਰੇ ਅੰਦਰ ਆਵੇਗਾ। ਗੁਰ ਮੰਤਰ ਹਿਰਦੈ ਹੋਏ। ਪਰ ਇਹ ਅਵਸਥਾ ਕਦੋਂ ਮਿਲੇਗੀ? ਦੁੱਖਾਂ ਤੋਂ, ਕਲੇਸ਼ਾਂ ਤੋਂ, ਡਰ ਤੋਂ ਰਹਿਤ ਜਦੋਂ ਹਿਰਦੇ ਤੇਰੇ ਵਿੱਚ ਵਾਹਿਗੁਰੂ ਗੁਰ ਮੰਤਰ ਹੋਵੇਗਾ। ਜਦੋਂ ਗੁਰੂ ਸਾਹਿਬ ਜੀ ਦੀ ਸਿੱਖਿਆ ਤੇਰੇ ਦਿਲ ਵਿੱਚ ਹੋਵੇਗੀ ਨਾ, ਜਦੋਂ ਮਨ ਵਿੱਚ, ਹਿਰਦੇ ਵਿੱਚ ਗੁਰੂ ਸਾਹਿਬ ਜੀ ਦਾ ਸ਼ਬਦ ਵਸਿਆ ਹੋਊ, ਸਤਨਾਮ ਸ੍ਰੀ ਵਾਹਿਗੁਰੂ ਕਮਾਵੇਂਗਾ, ਫਿਰ ਦੁੱਖ ਕਲੇਸ਼ ਡਰ ਕੋਈ ਵੀ ਤੇਰੇ ਤੇ ਆਪਣਾ ਜ਼ੋਰ ਆਪਣਾ ਦੱਬਾ, ਆਪਣਾ ਪ੍ਰਭਾਵ ਪਾ ਹੀ ਨਹੀਂ ਸਕਣਗੇ। ਕੋਟ ਯਤਨਾ ਕਰ ਰਹੇ। ਇਸ ਕਰਕੇ ਵੇਖ ਲੈ ਭਾਈ, ਕਈ ਲੋਕ ਧਰਮ ਦੀ ਕਮਾਈ ਕਰਦੇ ਰਹੇ ਪਿਛਲੇ ਯੁਗਾਂ 'ਚ, ਆਪਣੇ ਆਪ ਕਰੋੜਾਂ ਹੀ ਤਰ੍ਹਾਂ ਦੇ ਸਾਧਨ ਕਰਕੇ, ਕਰੋੜਾਂ ਹੀ ਯਤਨ ਹੀਲੇ ਵਸੀਲੇ ਕਰਦੇ ਰਹੇ ਵੀ ਅਸੀਂ ਪਰਮੇਸ਼ਰ ਨੂੰ ਮਿਲੀਏ, ਸੰਸਾਰ ਤੋਂ ਤਰ ਜਾਈਏ। ਗੁਰ ਬਿਨ ਤਰਿਓ ਨਾ ਕੋਈ। ਪਰ ਪੂਰਨ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਆਏ ਤੋਂ ਬਗੈਰ ਕੋਈ ਵੀ ਨਹੀਂ ਤਰਿਆ, ਕਿਉਂਕਿ ਗੁਰਾਂ ਦਾ ਸ਼ਬਦ ਜਹਾਜ਼ ਸੀ ਜਿਹਦੇ ਤੇ ਚੜ੍ਹ ਕੇ ਮਹਾਰਾਜ ਨੇ ਪਾਰ ਕਰਨਾ ਸੀ। ਪਰ ਗੁਰਾਂ ਤੋਂ ਬਗੈਰ ਸਭ ਜੀਵ ਡੁੱਬ ਰਹੇ ਨੇ। ਡੁੱਬਣਾ ਕੀ ਹੈ ਵੀ ਜਿੰਨੇ ਵੀ ਸੰਸਾਰ ਦੇ ਪਦਾਰਥਾਂ ਦੀ ਖਿੱਚ ਹੈ, ਇਹ ਪਦਾਰਥਾਂ ਰੂਪੀ ਪਾਣੀ ਹੈ, ਤੇ ਇਹਦੇ ਵਿੱਚ ਸਾਧ ਸੰਗਤ ਜੀ ਲੋਭ ਦੀਆਂ ਲਹਿਰਾਂ ਉੱਠ ਰਹੀਆਂ ਹਨ। ਜੋ ਤ੍ਰਿਸ਼ਨਾ ਹੈ ਇਹੀ ਸੰਸਾਰ ਸਮੁੰਦਰ ਦੇ ਵਿੱਚ ਬੜਵਾ ਨਾਲ ਅਗਨੀ ਬਲ ਰਹੀ ਹੈ, ਤੇ ਜਿਹੜੀ ਜੀਵ ਦੀ ਬੁੱਧ ਹੈ ਇਹ ਇਹਦੇ ਵਿੱਚ ਡੁੱਬ ਰਹੀ ਹੈ, ਭਾਵ ਕਿ ਪਦਾਰਥਾਂ ਦਾ ਪ੍ਰਭਾਵ ਕਬੂਲ ਰਹੀ ਹੈ। ਕਦੀ ਤ੍ਰਿਸ਼ਨਾ 'ਚ ਸੜਦਾ ਹੈ ਜੀਵ, ਕਦੀ ਵਿਕਾਰਾਂ ਨਾਲ ਦੁਖੀ ਹੁੰਦਾ ਹੈ। ਇਹ ਗੁਰੂ ਸਾਹਿਬ ਤੋਂ ਬਗੈਰ ਹੋਣ ਕਰਕੇ ਡੁੱਬ ਰਹੇ ਹਨ। ਜੀਵਾਂ ਦੀ ਮੱਤ ਸੰਸਾਰ ਦੇ ਪਦਾਰਥਾਂ ਵਿੱਚ ਖਚਤ ਹੋ ਰਹੀ ਹੈ। ਗੁਰੂ ਤੋਂ ਬਗੈਰ ਕੋਈ ਨਹੀਂ ਤਰ ਸਕਦਾ, ਕਿਸੇ ਦਾ ਵੀ ਉਧਾਰ ਨਹੀਂ ਹੋਇਆ। ਦੇਖ ਦਰਸ਼ਨ ਮਨ ਸਾਧਾਰੈ। ਦੇਖ ਦਰਸ਼ਨ ਮਨ ਸਾਧਾਰੈ। ਕਹਿੰਦੇ ਵੀ ਸਤਿਗੁਰੂ ਅਕਾਲ ਪੁਰਖ ਦਾ ਦਰਸ਼ਨ ਵੇਖ, ਮਹਾਰਾਜ ਦੇ ਦਰਸ਼ਨ ਕਰਨ ਦਾ ਇਹ ਮਹਾਤਮ ਹੈ ਵੀ ਜਿਹੜਾ ਮਨ ਹੈ ਸਾਧਾਰੇ ਸੁਧਰ ਜਾਂਦਾ, ਵਿਗੜਿਆ ਹੋਇਆ ਮਨ। ਜਿਹੜਾ ਮਨ ਕੋਈ ਸਹਾਰਾ ਨਹੀਂ ਝੱਲਦਾ, ਡਿੱਗਦਾ ਫਿਰਦਾ ਕਦੀ ਕਿਸੇ ਪਾਸੇ ਨੂੰ ਕਦੀ ਕਿਸੇ ਪਾਸੇ ਨੂੰ, ਸਾਧਾਰੇ ਸਹਿਤ ਆਸਰੇ ਦੇ ਹੋ ਜਾਵੇਗਾ ਤੇਰਾ ਮਨ। ਤੇਰੇ ਮਨ ਦਾ ਆਸਰਾ ਬਣ ਜੂ ਗੁਰੂ ਸਾਹਿਬ ਦੇ ਦਰਸ਼ਨ ਕਰਕੇ, ਤੇਰਾ ਮਨ ਸੁਧਰ ਜਾਵੇਗਾ ਜੀਵ। ਪਾਪ ਸਗਲੇ ਜਾਹੇ। ਤੇ ਫਿਰ ਜਿੰਨੇ ਵੀ ਪਿਛਲੇ ਤੂੰ ਪਾਪ ਕਰ ਬੈਠਾ ਹੈ ਬੇਸੁਧੀ ਦੇ ਵਿੱਚ, ਉਹ ਸਾਰੇ ਤੇਰੇ ਪਾਪ ਗੁਨਾਹ ਨਾਸ ਹੋ ਜਾਣਗੇ, ਚਲੇ ਜਾਣਗੇ। ਪਾਪਾਂ ਦਾ ਭਾਰ ਨਹੀਂ ਫਿਰ ਰਹੇਗਾ। ਪਿਛਲੇ ਪਾਪ ਮਹਾਰਾਜ ਸਾਹਿਬ ਜੀ ਕੱਟ ਦਿੰਦੇ ਹਨ ਨਾਮ ਦੁਆਰਾ। ਹਉ ਤਿਨ ਕੈ ਬਲਹਾਰਣੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਵੀ ਅਸੀਂ ਤਾਂ ਉਹਨਾਂ ਜੀਵਾਂ ਤੋਂ, ਉਹਨਾਂ ਗੁਰਸਿੱਖ ਪਿਆਰਿਆਂ ਤੋਂ ਬਲਹਾਰ ਜਾਣੇ ਆ, ਕੁਰਬਾਨ ਜਾਣੇ ਆ, ਸਦਕੇ ਜਾਣੇ ਹਾਂ। ਅਸੀਂ ਉਹਨਾਂ ਤੋਂ ਸਦਕੇ ਆ। ਧੰਨ ਹਨ ਉਹ ਰੂਹਾਂ ਕਿਹੜੀਆਂ ਮਹਾਰਾਜ, ਜੇ ਗੁਰ ਕੀ ਪੈਰੀ ਪਾਏ। ਜਿਹੜੇ ਜੀਵ ਗੁਰੂ ਸਾਹਿਬ ਜੀ ਦੇ ਪੈਰੀ ਪਾਉਂਦੇ ਨੇ ਆਪਣੇ ਆਪ ਨੂੰ,
ਭਾਵ ਕਿ ਜਿਨ੍ਹਾਂ ਦੇ ਮਨ ਦਾ ਨਿਸ਼ਚਾ ਹੈ ਵੀ ਪਾਤਸ਼ਾਹ ਸਾਡੀਆਂ ਬਾਹਾਂ ਦਾ ਬਲ ਕੋਈ ਨਹੀਂ, ਸਾਡੀ ਆਪਣੀ ਸਿਆਣਪ ਕੋਈ ਨਹੀਂ, ਸਾਡੀ ਤਾਕਤ ਕੋਈ ਨਹੀਂ, ਸਾਡੇ 'ਚ ਕੋਈ ਗੁਣ ਨਹੀਂ ਹੈ। ਇਹ ਗਰੀਬ ਨਿਵਾਸ ਸਤਿਗੁਰੂ ਸਾਡਾ ਆਸਰਾ ਤੂੰ ਹੈ, ਸਾਡਾ ਬਲ ਤੂੰ ਹੈ, ਅਸੀਂ ਤੇਰੇ ਸਹਾਰੇ ਜਿਉਂਦੇ ਹਾਂ। ਇਵੇਂ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਆਸਰੇ ਪਾ ਲਿਆ ਵੀ ਮਹਾਰਾਜ ਬਸ ਤੁਹਾਡਾ ਹੀ ਆਸਰਾ ਏ, ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਐਸੀ ਭਾਵਨਾ ਜਿਨ੍ਹਾਂ ਸਿੱਖਾਂ ਦੇ ਮਨ ਵਿੱਚ ਬਣ ਗਈ ਹੈ ਵੀ ਸਾਡਾ ਗੁਰੂ ਸਾਹਿਬ ਜੀ ਦੇ ਬਗੈਰ ਕੋਈ ਨਹੀਂ, ਤੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਪਾ ਲਿਆ ਉਹਨਾਂ ਤੋਂ ਅਸੀਂ ਕੁਰਬਾਨ ਹਾਂ। ਪਾਤਸ਼ਾਹ ਕਹਿੰਦੇ ਉਹਨਾਂ ਸਿੱਖਾਂ ਤੋਂ ਸਦਕੇ ਜਾਂਦੇ ਆ। ਸਾਚ ਹਰ ਕਾ ਨਾਮ, ਸਾਧ ਸੰਗਤ ਜੀ ਜੋ ਹਰੀ ਪਰਮੇਸ਼ਰ ਦਾ ਨਾਮ ਹੈ ਉਹ ਛੱਡੀਆਂ ਤੁਕ ਭਾਈ। ਸਾਧ ਸੰਗਤ, ਸਾਧ ਸੰਗਤ ਮਨ ਵਸੈ, ਸਾਧ ਸੰਗਤ ਮਨ ਵਸੈ। ਜੋ ਸਾਧ ਸੰਗਤ ਹੈ ਇਹਦੇ ਵਿੱਚ ਗੁਰੂ ਸਾਹਿਬ ਜੀ, ਇਸ ਦੇ ਵਿੱਚ ਸਤਿਗੁਰੂ ਸਾਹਿਬ ਜੀ ਆਪ ਵਸਦੇ ਨੇ, ਤੇ ਸਾਧ ਸੰਗਤ ਦੁਆਰਾ ਹੀ ਜੀਵ ਦੇ ਮਨ ਵਿੱਚ ਹਰੀ ਪਰਮੇਸ਼ਰ ਦਾ ਨਾਮ ਵਸਦਾ ਹੈ। ਸਾਚ ਹਰ ਕਾ ਨਾਮ, ਜੋ ਹਰੀ ਦਾ ਨਾਮ ਸਤਨਾਮ ਹੈ, ਭਾਵ ਕਿ ਸੱਚਾ ਜੋ ਪਰਮੇਸ਼ਰ ਦਾ ਨਾਮ ਹੈ, ਇਹ ਸਾਧ ਸੰਗਤ ਕੀਤੇ ਹੀ ਮਨ ਵਿੱਚ ਵਸਦਾ ਏ। ਸੇ ਵਡ ਭਾਗੀ ਨਾਨਕਾ, ਪਾਤਸ਼ਾਹ ਕਹਿੰਦੇ ਉਹ ਪੁਰਖ ਵੱਡਿਆਂ ਭਾਗਾਂ ਵਾਲੇ ਹਨ, ਉਹਨਾਂ ਦੇ ਭਾਗ ਵੱਡੇ ਜਾਣਨਾ ਕਰੋ। ਜਿਨ੍ਹਾਂ ਮਨ ਇਹੋ ਭਾਵ, ਜਿਨ੍ਹਾਂ ਦੇ ਮਨ ਵਿੱਚ ਇਹੀ ਭਾਵ ਸਾਧ ਸੰਗਤ ਦੇ ਪ੍ਰੇਮ ਦਾ ਪ੍ਰਕਾਸ਼ ਹੋਇਆ, ਜਿਨ੍ਹਾਂ ਨੂੰ ਇਹ ਭਾਵਨਾ ਲੱਗ ਗਈ ਵੀ ਸਾਧ ਸੰਗਤ ਬਿਨ ਤਰਿਓ ਨਾ ਕੋਈ, ਵੀ ਸਤ ਸੰਗਤ ਕੀਤੀ ਤੋਂ ਬਿਨਾਂ ਨਹੀਂ ਕੋਈ ਤਰ ਸਕਦਾ, ਉਹ ਧਨ ਹਨ, ਉਹਨਾਂ ਦੇ ਵੱਡੇ ਭਾਗ ਨੇ। ਸ੍ਰੀ ਰਾਗ ਮਹੱਲਾ ਪੰਜਵਾ। ਸੰਚ ਹਰ ਧਨ ਪੂਜ ਸਤਿਗੁਰ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜੇ ਕਹਿੰਦੇ ਆ ਵੀ ਇਹ ਜੋ ਸੰਸਾਰੀ ਧਨ ਹੈ ਇਹ ਨਾਸ ਹੋ ਜਾਣ ਵਾਲਾ ਹੈ, ਫਿਰ ਇਹ ਦੱਸੋ ਵੀ ਧਨ ਕਿਹੜਾ ਇਕੱਠਾ ਕਰੀਏ, ਲੋੜ ਤਾਂ ਹੈਗੀ ਹੋਈ ਹੈ। ਮਹਾਰਾਜ ਜੀ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਜੇ ਕਹਿੰਦੇ ਆ ਵੀ ਕੋਈ ਫਾਇਦਾ ਨਹੀਂ, ਦੇਵੀ ਦੇਵਤੇ ਖੁਦ ਜਿਹੜੇ ਭਰਮਦੇ ਫਿਰਦੇ ਹਨ, ਫਿਰ ਦੱਸੋ ਅਸੀਂ ਪੂਜਾ ਕਿਸ ਦੀ ਕਰੀਏ। ਅਤੇ ਨਾਲ ਹੀ ਇਹਨਾਂ ਨੇ ਕਿਹਾ ਵੀ ਹੇ ਮਹਾਰਾਜ ਦੁਨੀਆ ਵਿੱਚ ਬਹੁਤ ਚੀਜ਼ਾਂ ਕਹਿੰਦੇ ਵੀ ਤਿਆਗ ਦੇਣੀਆਂ ਚਾਹੀਦੀਆਂ, ਆਹ ਤਿਆਗ ਦਿਓ, ਕੋਈ ਕਹਿੰਦਾ ਘਰ ਤਿਆਗ ਦਿਓ, ਕੋਈ ਕਹਿੰਦਾ ਗ੍ਰਸਥ ਤਿਆਗ ਦਿਓ, ਤੇ ਤਿਆਗਣ ਯੋਗ ਵਸਤੂ ਕੀ ਹੈ ਸਾਨੂੰ ਉਹ ਦੱਸੋ। 3 ਸਵਾਲ ਕੀਤੇ, ਧਨ ਕਿਹੜਾ ਜਮ੍ਹਾਂ ਕਰਨਾ, ਪੂਜਾ ਕਿਹਦੀ ਕਰੀਏ ਤੇ ਛੱਡੀਏ ਕੀ ਮਹਾਰਾਜ। ਤਾਂ ਪੰਚਮ ਪਾਤਸ਼ਾਹ ਕਹਿੰਦੇ ਹਨ ਸੰਚ ਹਰ ਧਨ ਪੂਜ ਸਤਿਗੁਰ। ਕਹਿੰਦੇ ਸੰਚ ਹਰ ਧਨ, ਹੇ ਭਾਈ ਜੇ ਧਨ ਇਕੱਤਰ ਕਰਨਾ ਹੀ ਚਾਹੁੰਦਾ ਹੈ ਤਾਂ ਹਰੀ ਪਰਮੇਸ਼ਰ ਦਾ ਨਾਮ ਰੂਪੀ ਧਨ ਜਮ੍ਹਾਂ ਕਰ, ਕਿਉਂਕਿ ਧਨ ਤੋਂ ਭਾਵ ਉਹ ਸਰਮਾਇਆ ਜਿਹੜਾ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ। ਧਨ ਦਾ ਭਾਵ ਉਹ ਪਦਾਰਥ ਜਿਹਦੇ ਨਾਲ ਸਾਡੇ ਕੰਮ ਸਰਦੇ ਨੇ। ਤੇ ਪੰਜਵੇਂ ਪਾਤਸ਼ਾਹ ਕਹਿੰਦੇ ਜੇ ਸੰਚ ਇਕੱਤਰ ਕਰਨਾ, ਜੇ ਜਮ੍ਹਾਂ ਕਰਨਾ ਤਾਂ ਹਰੀ ਪਰਮੇਸ਼ਰ ਦਾ ਨਾਮ ਰੂਪੀ ਧਨ ਜਮ੍ਹਾਂ ਕਰਿਆ ਕਰ, ਅਭਿਆਸ ਕਰੀ ਜਾ, ਸਿਮਰਨ ਕਰੀ ਜਾ। ਇਹ ਧਨ ਐਸਾ ਹੈ ਵੀ ਇੱਥੇ ਵੀ ਕੰਮ ਆਊਗਾ ਤੇਰੇ, ਤੇ ਅੱਗੇ ਵੀ ਪਰਲੋਕ ਵਿੱਚ ਵੀ ਕੰਮ ਆਊਗਾ। ਵੇਖੋ ਰੱਬ ਦੇ ਪਿਆਰੇ ਮਹਾਂਪੁਰਖ ਨਾਮ ਹੀ ਜਪਦੇ, ਨਾਮ ਦਾ ਧਨ ਇਕੱਠਾ ਕਰਦੇ ਆ ਨਾ, ਬਾਕੀ ਸਾਰੀਆਂ ਵਸਤੂਆਂ ਤੇ ਉਹਨਾਂ ਦੇ ਅੱਗੇ ਪਿੱਛੇ ਪੈਰਾਂ 'ਚ ਰੁਕਦੀਆਂ ਫਿਰਦੀਆਂ ਨੇ ਨਾ। ਫਿਰ ਇਸ ਕਰਕੇ ਜੇ ਇਕੱਠਾ ਕਰਨਾ ਹੈ ਤਾਂ ਹਰੀ ਦਾ ਨਾਮ ਰੂਪੀ ਧਨ ਇਕੱਠਾ ਕਰੋ। ਪੂਜ ਸਤਿਗੁਰ। ਤੇ ਦੂਜਾ ਸਵਾਲ ਸੀ ਮਹਾਰਾਜ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਤਾਂ ਫੇਰ ਕਿਹਦੀ ਕਰੀਏ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਪੂਜਾ ਕਰੋ। ਉਹ ਦੇਵਤੇ ਤਾਂ ਆਪ ਇਹ ਮਨੁੱਖਾ ਦੇਹੀ ਵਿੱਚ ਆ ਕੇ ਗੁਰਾਂ ਦੀ ਸ਼ਰਨ ਪੈਣਾ ਲੋਚਦੇ ਹਨ। ਪੂਜਾ ਕਰਨੀ ਹੀ ਚਾਹੁੰਦਾ ਹੈ ਤਾਂ ਆਪਣੇ ਸਤਿਗੁਰੂ ਨਾਨਕ ਦੇਵ ਜੀ ਦੀ ਪੂਜਾ ਕਰਿਆ ਕਰ। ਪੂਜਾ ਕੀ ਕਰਨੀ ਹੈ? ਪੂਜਾ ਕੀਚੈ ਨਾਮ ਧਿਆਈ ਹੈ। ਜਿਹੜਾ ਨਾਮ ਜਪਣਾ ਇਹੀ ਪੂਜਾ ਹੈ। ਜੋ ਅਭਿਆਸ ਕਰਨਾ, ਸਿਮਰਨ ਕਰਨਾ ਇਹੀ ਪੂਜਾ ਹੈ। ਇਹ ਪੂਜਾ ਨਹੀਂ ਹੈ ਵੀ ਆਏ ਦੋ ਕੁ ਜਿਵੇਂ ਫੁੱਲ ਰੱਖਦੇ ਨੇ, ਕੋਈ ਵਸਤੂ ਭੇਟ ਕਰਤੀ ਬਸ ਜੀ ਪੂਜਾ ਹੋ ਗਈ, ਅੱਗੇ ਪਦਾਰਥ ਰੱਖ ਕੇ ਫਿਰ ਚੁੱਕ ਲਿਆ ਜੀ ਪੂਜਾ ਹੋ ਗਈ। ਗੁਰੂ ਸਾਹਿਬ ਦਾ ਬਚਨ ਮੰਨਣਾ, ਕਮਾਉਣਾ ਇਹ ਗੁਰਾਂ ਦੀ ਪੂਜਾ ਹੈ। ਗੁਰੂ ਨਾਨਕ ਸਾਹਿਬ ਦੀ ਪੂਜਾ ਇਹ ਹੈ ਜੋ ਉਹਨਾਂ ਦੀ ਬਾਣੀ ਪੜ੍ਹਨੀ ਹੈ। ਗੁਰੂ ਨਾਨਕ ਦੇਵ ਮਹਾਰਾਜ ਦੀ ਪੂਜਾ ਇਹ ਹੈ ਜੋ ਗੁਰੂ ਸਾਹਿਬ ਜੀ ਦਾ ਬਚਨ ਕਮਾਉਣਾ ਹੈ, ਵੀ ਜੋ ਸਾਨੂੰ ਗੁਰਾਂ ਨੇ ਕਿਹਾ ਉਹ ਮੰਨਣਾ ਹੈ ਅਸੀਂ।
ਉਹ ਸਾਡਾ ਮੰਨਣ ਦਾ ਫਰਜ਼ ਹੈ। ਇਸ ਤਰ੍ਹਾਂ ਕਹਿੰਦੇ ਵੀ ਸਤਿਗੁਰੂ ਸਾਹਿਬ ਜੀ ਦੀ ਪੂਜਾ ਕਰ, ਦੇਵੀ ਦੇਵਤਿਆਂ ਦੀ ਪੂਜਾ ਛੱਡ ਦੇ। ਛੋੜ ਸਗਲ ਵਿਕਾਰ। ਤੇ ਮਹਾਰਾਜ ਤਿਆਗਣਾ ਕੀ ਚਾਹੀਦਾ? ਤੀਸਰਾ ਸਵਾਲ ਸੀ। ਕੋਈ ਕਹਿੰਦਾ ਗ੍ਰਸਤ ਤਿਆਗ ਦੋ, ਘਰ ਛੱਡ ਦੋ, ਪਰਿਵਾਰ ਛੱਡ ਦੋ, ਸਭ ਕੁਝ ਛੱਡ ਦੋ। ਕੋਈ ਕਹਿੰਦਾ ਖਾਣਾ ਛੱਡ ਕੇ ਭੁੱਖੇ ਰਿਹਾ ਕਰੋ, ਪੱਤੇ ਖਾਓ। ਮਹਾਰਾਜ ਕਹਿੰਦੇ ਇਹ ਚੀਜ਼ਾਂ ਛੱਡਣ ਦੀ ਲੋੜ ਨਹੀਂ। ਜੇ ਛੱਡਣਾ ਹੀ ਹੈ ਨਾ ਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਵਿਕਾਰ ਨੇ ਇਹ ਛੱਡਣ ਯੋਗ ਨੇ। ਇਹ ਸਾਰੇ ਵਿਕਾਰਾਂ ਨੂੰ ਛੱਡ ਦੇ। ਪਵਾੜੇ ਦੀ ਜੜ ਤਾਂ ਵਿਕਾਰ ਹੈ। ਘਰ ਛੱਡਿਆ ਕੀ ਹੋ ਗਿਆ? ਗ੍ਰਸਤ ਛੱਡਿਆ ਕੀ ਹੋ ਗਿਆ? ਕਹਿੰਦੇ ਵੀ ਇਹ ਘਰ-ਬਾਰ ਛੱਡ ਕੇ ਜੰਗਲ ਚਲੇ ਵੀ ਜਾਈਏ, ਪਰ ਜਿਹੜੀ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਉਹ ਤਾਂ ਫਿਰ ਵੀ ਪਿੱਛੇ ਪਿੱਛੇ ਹੀ ਹੈ। ਵਿਕਾਰ ਤਾਂ ਨਾਲ ਨਾਲ ਹੀ ਹੈ। ਕਹਿੰਦੇ ਵੀ ਦੇਸ ਛੋੜ ਪਰਦੇਸੇ ਧਾਇਆ, ਪੰਚ ਚੜਾਲ ਨਾਲੇ ਲੈ ਆਇਆ। ਆਪਣਾ ਦੇਸ਼ ਛੱਡ ਕੇ ਪ੍ਰਦੇਸ਼ ਵੀ ਚਲਾ ਗਿਆ, ਪਰ ਉਹ ਚੰਡਾਲ ਤਾਂ ਨਾਲ ਹੀ ਰਹੇ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਸ ਕਰਕੇ ਤਿਆਗਣ ਯੋਗ ਹੈ ਵਿਕਾਰ ਭੋਗਣੇ, ਵਿਕਾਰ ਕਰਨੇ, ਇਹ ਤਿਆਗ ਦੇ। ਜਿਨ ਤੂੰ ਸਾਜ ਸਵਾਰਿਆ। ਫਿਰ ਪੰਜਵੇਂ ਪਾਤਸ਼ਾਹ ਕਹਿੰਦੇ ਵੇਖ, ਜਿਨ ਜਿਸ ਵਾਹਿਗੁਰੂ ਅਕਾਲ ਪੁਰਖ ਨੇ ਤੂੰ ਤੇਰੇ ਤਾਈਂ ਜੀਵ ਸਾਜਣਾ ਕੀਤਾ ਹੈ। ਤੇਰਾ ਸੂਖਮ ਸਰੀਰ ਸਾਜਿਆ ਸੂਖਮ ਤੱਤਾਂ ਦੁਆਰਾ, ਤੇਰਾ ਸਥੂਲ ਸਰੀਰ ਸਾਜਿਆ ਸਥੂਲ ਤੱਤਾਂ ਦੁਆਰਾ। ਕਿਉਂਕਿ ਸੂਖਮ ਤੇ ਸਥੂਲ ਦੋਵੇਂ ਹੀ ਸਰੀਰ ਨੇ। ਜਦੋਂ ਸੂਖਮ ਨਿਕਲਦਾ ਫਿਰ ਸਥੂਲ ਨੂੰ ਕੋਈ ਪੁੱਛਦਾ ਨਹੀਂ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਸ ਵਾਹਿਗੁਰੂ ਨੇ ਤੈਨੂੰ ਸਾਜਿਆ ਹੈ ਤੇ ਸਾਜ ਕੇ ਵੇਖ ਭਾਈ, ਜਿਸ ਪਰਮੇਸ਼ਰ ਨੇ ਤੈਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ ਵੀ ਇਕੱਲਾ ਸਾਜਿਆ ਹੀ ਨਹੀਂ ਹੈ, ਜਿਨ ਤੂੰ ਸਾਜ ਸਵਾਰਿਆ, ਚੰਗੀ ਤਰ੍ਹਾਂ ਸਵਾਰਿਆ ਹੈ। ਵੇਖ, ਜੇ ਅੱਖਾਂ ਦੀਆਂ ਤੇਰੇ ਉੱਪਰ ਅੱਖਾਂ ਦੀਆਂ ਪੁਤਲੀਆਂ ਹੀ ਨਾ ਹੁੰਦੀਆਂ, ਮੱਖੀਆਂ ਨੇ ਭਿਆਂ ਭਿਆਂ ਕਰਕੇ ਤੈਨੂੰ ਤੰਗ ਕਰ ਦੇਣਾ ਸੀ। ਜੇ ਤੇਰੇ ਕੰਨਾਂ ਦੇ ਛੱਜੇ ਜਿਹੇ ਨਾ ਹੁੰਦੇ, ਕਿੱਡਾ ਭੈੜਾ ਲੱਗਣਾ ਸੀ ਤੂੰ। ਤੇਰੇ ਨੱਕ ਦੇ ਉੱਤੇ ਜੇ ਉਹ ਕਰੁੰਬਲ ਜੀ ਹੁੰਦੀ ਹੋਈ ਨਾ, ਜੇ ਉਹ ਚਮੜੀ ਜੀ ਲਾਉਂਦਾ ਨਾ ਮਾਲਕ, ਤੇ ਕਿੱਡਾ ਭਿਆਨਕ ਰੂਪ ਤੇਰਾ ਦਿਖਣਾ ਸੀ। ਜੇ ਬੋਲੀ ਨਾ ਹੁੰਦੇ ਤਾਂ ਕਿਹੋ ਜਿਹਾ ਲੱਗਣਾ ਸੀ, ਤੂੰ ਸੋਚਦਾ ਸਹੀ ਵੀ ਜੇ ਤੇਰੇ ਬੁੱਲ ਨਾ ਲਾਉਂਦਾ ਮਾਲਕ। ਅੰਗ ਨੇ ਤੇ ਅੰਗਾਂ ਦੇ ਅੱਗੇ ਉਹਨਾਂ ਨੂੰ ਸੋਹਣਾ ਬਣਾਉਣ ਨੂੰ ਜਿਹੜੇ ਲਾਏ ਉਹ ਪ੍ਰਤੰਗ ਨੇ। ਅੰਗਾਂ ਅਤੇ ਪ੍ਰਤਿਅੰਗਾਂ ਦੁਆਰਾ ਤੈਨੂੰ ਮਹਾਰਾਜ ਨੇ ਤੇਰੇ ਅੰਗਾਂ ਨੂੰ, ਸਰੀਰ ਨੂੰ ਸਾਜ ਕੇ ਫਿਰ ਤੈਨੂੰ ਸੋਹਣਾ ਬਣਾਉਣ ਵਾਸਤੇ ਤੇ ਪ੍ਰਤੀ ਅੰਗਾਂ ਦੁਆਰਾ ਸਵਾਰਿਆ। ਤੇਰੇ ਬੁੱਲ ਹੀ ਨਾ ਲਾਉਂਦਾ, ਕੰਨਾਂ ਦੇ ਛੱਜੇ ਹੀ ਨਾ ਲਾਉਂਦਾ, ਨੱਕ ਤੇ ਉੱਪਰ ਸਾਹ ਤਾਂ ਲੈਣਾ ਸੀ, ਉਹ ਤਾਂ ਆਈ ਜਾਣਾ ਸੀ, ਪਰ ਇਹਨੂੰ ਸਵਾਰਨ ਦੇ ਲਈ ਚਮੜੀ ਹੋਈ ਨਾ ਲਾਉਂਦਾ। ਇਹ ਤੂੰ ਵੇਖ ਲੈ ਵੀ ਕਿੱਡਾ ਤੇਰਾ ਭਿਆਨਕ ਸਰੂਪ ਹੋਣਾ ਸੀ। ਇਸ ਕਰਕੇ ਪਿਆਰਿਆ, ਜਿਸ ਵਾਹਿਗੁਰੂ ਨੇ ਤੈਨੂੰ ਸਾਜਿਆ ਵੀ ਹੈ, ਤੈਨੂੰ ਸੋਹਣਾ ਸਵਾਰਿਆ ਵੀ ਅੰਗਾਂ ਪ੍ਰਤੰਗਾਂ ਦੁਆਰਾ। ਹਰ ਸਿਮਰ ਹੋਏ ਉਧਾਰ। ਉਸ ਹਰੀ ਪਰਮੇਸ਼ਰ ਦਾ ਸਿਮਰਨ ਕਰਿਆ ਕਰ, ਤੇਰਾ ਉਧਾਰ ਹੋ ਜੂ, ਪਾਰ ਉਤਾਰਾ ਹੋ ਜੂਗਾ। ਕਿਸੇ ਹੋਰ ਨੂੰ ਨਹੀਂ ਚੇਤੇ ਕਰਨਾ, ਜਿਹਨੇ ਤੈਨੂੰ ਪੈਦਾ ਕੀਤਾ, ਜਿਹੜਾ ਤੇਰੇ ਜਨਮ ਦਾ ਕਾਰਨ ਬਣਿਆ ਮਾਲਕ। ਉਸ ਵਾਹਿਗੁਰੂ ਦਾ ਸਿਮਰਨ ਹੀ ਤੇਰੇ ਕਲਿਆਣ ਦੇ ਵਾਸਤੇ, ਤੇਰੇ ਉਧਾਰ ਵਾਸਤੇ, ਤੇਰੇ ਫਾਇਦੇ ਵਾਸਤੇ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ। ਇਸ ਕਰਕੇ ਉਸ ਮਾਲਕ ਦਾ ਨਾਮ ਜਪ ਤਰ ਜਾਵੇਗਾ। ਜਪ ਮਨ ਨਾਮ ਏਕ ਅਪਾਰ। ਜਪ ਮਨ ਨਾਮ ਏਕ ਅਪਾਰ। ਹੈ ਪਿਆਰੇ ਮਨਾ, ਇੱਕ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਿਆ ਕਰ, ਜੋ ਅਪਾਰ ਪਾਰਾਵਾਰ ਤੋਂ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਭਾਵ ਬੇਅੰਤ ਸਰੂਪ ਹੈ। ਪ੍ਰਾਨ ਮਨ ਤਨ ਜਿਨ ਹੈ ਦੀਆ। ਵੇਖ, ਜਿਨ ਜਿਸ ਪਰਮੇਸ਼ਰ ਨੇ ਤੈਨੂੰ ਪ੍ਰਾਣ ਦਿੱਤੇ ਨੇ। ਸਰੀਰ ਹੁੰਦਾ ਵੀ ਤੇ ਫੇਰ ਕੀ ਸੀ, ਜੇ ਪ੍ਰਾਣ ਹੀ ਨਾ ਹੋਣ ਵਿੱਚ ਤਾਂ ਫਿਰ ਮੁਰਦਾ ਹੀ ਹੁੰਦਾ ਹੈ ਨਾ। ਜਿਹਨੇ ਤੇਰੇ ਸਰੀਰ ਵਿੱਚ ਪ੍ਰਾਣ ਪਾਏ ਹਨ, ਫਿਰ ਤੈਨੂੰ ਮਨ ਦਿੱਤਾ ਹੈ ਸੰਕਲਪ ਤੇ ਵਿਕਲਪ ਉਠਾਉਣ ਦੇ ਲਈ। ਜੇ ਮਨ ਚੋਂ ਕੋਈ ਫੁਰਨਾ ਹੀ ਨਾ ਉੱਠਦਾ, ਜਦੋਂ ਬੰਦਾ ਮਨ ਚੋਂ ਸੰਕਲਪ ਹੀ ਨਾ ਕਰੇ ਵੀ ਕੋਈ ਉਦਮ ਕਰਾਂ, ਕੋਈ ਮਿਹਨਤ ਕਰਾਂ, ਕੋਈ ਧਰਮ ਦੀ ਕਿਰਤ ਕਰਾਂ, ਉੱਠ ਕੇ ਉੱਥੇ ਜਾਵਾਂ ਉੱਥੇ ਜਾਵਾਂ। ਕਹਿੰਦੇ ਵੇਖ, ਤੈਨੂੰ ਪਰਮੇਸ਼ਰ ਨੇ ਚੱਲਣ ਚਲਾਉਣ ਦੇ ਲਈ, ਉਦਮ ਕਰਨ ਦੇ ਲਈ ਮਨ 'ਚ ਸੰਕਲਪ ਵਿਕਲਪ ਦੀ ਸ਼ਕਤੀ ਦੇਣ ਵਾਲਾ ਮਨ ਦਿੱਤਾ ਹੈ। ਅਤੇ ਫਿਰ ਤਨ, ਇਹ ਤੈਨੂੰ ਸਥੂਲ ਸਰੀਰ ਦਿੱਤਾ ਹੈ ਪਰਮੇਸ਼ਰ ਨੇ ਧਰਮ ਦੀ ਕਿਰਤ ਕਰਨ ਵਾਸਤੇ, ਸਾਧ ਸੰਗਤ ਦੀ ਸੇਵਾ ਕਰਨ ਵਾਸਤੇ। ਹਿਰਦੇ ਕਾ ਆਧਾਰ। ਉਹ ਪਰਮੇਸ਼ਰ ਹੀ ਸਾਰਿਆਂ ਦੇ ਹਿਰਦੇ ਦਾ ਆਧਾਰ ਆਸਰਾ ਹੈ।
ਉਸ ਮਾਲਕ ਨੂੰ ਆਪਣਾ ਆਸਰਾ ਮੰਨ ਕੇ ਚੇਤੇ ਕਰਿਆ ਕਰ। ਰਹਾਉ ਵਿਸ਼ਰਾਮ ਦੇ ਕੇ ਸਾਹਿਬ ਜੀ ਉਪਦੇਸ਼ ਕਰਦੇ ਹਨ। ਕਾਮ ਕ੍ਰੋਧ ਅਹੰਕਾਰ ਮਾਤੇ। ਕਾਮ ਕ੍ਰੋਧ ਅਹੰਕਾਰ ਮਾਤੇ। ਸਤਿਗੁਰੂ ਕਹਿੰਦੇ ਵੇਖੋ ਵੀ ਇਹ ਜਿਹੜੇ ਜੀਵ ਨੇ ਜਗਤ ਦੇ, ਇਹ ਕੋਈ ਕਾਮ ਵਿੱਚ ਵਿਆਪਿਆ ਹੋਇਆ ਹੈ, ਪਿਛਲਿਆਂ ਵੱਲ ਵੇਖਦੇ ਨਹੀਂ। ਰਾਵਣ ਕਿੱਡਾ ਬਲੀ ਸੀ, ਕਾਮ ਕਰਕੇ ਰਾਵਣ ਨਹੀਂ ਰਿਹਾ ਸੰਸਾਰ ਵਿੱਚ, ਤੇਰੀ ਤਾਂ ਹੋਂਦੀ ਕੀ ਹੈ ਭਾਈ। ਕਾਮ ਕਰਕੇ ਤਾਂ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਖਵਾਉਂਦੇ ਸਨ ਉਹ ਰੁਲ ਗਏ ਨੇ। ਅਤੇ ਫਿਰ ਕ੍ਰੋਧ, ਦੁਰਵਾਸੇ ਦੇ ਕ੍ਰੋਧ ਕਰਕੇ ਜਾਦਵਾਂ ਦੀ ਸਾਰੀ ਕੁੱਲ ਦਾ ਹੀ ਨਾਸ ਹੋ ਗਿਆ। ਉਹਨੇ ਕ੍ਰੋਧ ਵਿੱਚ ਆ ਕੇ ਕਿਹਾ ਵੀ ਤੁਹਾਡੀ ਸਾਰੀ ਕੁੱਲ ਹੀ ਨਾਸ ਹੋ ਜਾਵੇਗੀ, ਇਹ ਚੋਂ ਜੰਮੂਗਾ ਜਿਹੜੇ ਨਾਲ ਤੁਹਾਡੀ ਵੰਸ਼ ਦਾ ਘਾਤ ਹੋਵੇਗਾ। ਕਿਉਂਕਿ ਜਾਦਵਾਂ ਦੀ ਕੁੱਲ ਦੇ ਜਿਹੜੇ ਬੱਚੇ ਸਨ ਉਹਨਾਂ ਨੇ ਲੋਹੇ ਦਾ ਬਾਟਾ ਢਿੱਡ ਤੇ ਬੰਨ੍ਹ ਕੇ ਇੱਕ ਬੱਚੇ ਦੇ ਬੀਬੀਆਂ ਵਾਲੇ ਕੱਪੜੇ ਪਾ ਕੇ ਤੇ ਕਹਿੰਦੇ ਸੀ ਵੀ ਕੌਣ ਜੰਮੂਗਾ। ਉਹ ਕਹਿੰਦਾ ਜਾਓ ਬੱਚੇ ਆ, ਰੋ 2-3 ਰਾਮ ਨਾਲ ਕਿਹਾ ਜਾਓ, ਪਰ ਵਾਰ-ਵਾਰ ਉਹ ਮਸ਼ਕਰੀ ਜੀ ਕਰਦੇ ਰਹੇ। ਤੇ ਕਹਿੰਦੇ ਵੀ ਉਹ ਮਸ਼ਕਰੀ ਕਰਨ ਕਰਕੇ ਦੁਰਵਾਸੇ ਨੇ ਕਿਹਾ ਚੋ ਜੰਮੂ ਜਿਹਦੇ ਨਾਲ ਤੁਹਾਡੀ ਕੁੱਲ ਖਤਮ ਹੋਏਗੀ। ਉਹੀ ਤੀਰ ਦੇ ਨਾਲ ਫਿਰ ਕ੍ਰਿਸ਼ਨ ਜੀ ਦੇ ਸਰੀਰ ਦਾ ਅੰਤ ਹੋਇਆ ਸੀ। ਜਦੋਂ ਫੰਦਕ ਨੇ ਕੋਈ ਸ਼ਿਕਾਰ ਸਮਝ ਕੇ ਤੀਰ ਮਾਰਿਆ ਚਰਨਾਂ ਦੇ ਵਿੱਚ, ਇਹ ਸਰੀਰ ਦਾ ਨਾਸ ਹੋਇਆ। ਉਸੇ ਲੋਹੇ ਕਰਕੇ ਆਪਸ ਵਿੱਚ ਖਹਿ ਕੇ ਸਾਰੇ 56 ਕਰੋੜ ਜਾਦਵ ਮਰ ਗਏ ਸਨ। ਦੁਰਵਾਸਾ ਸਿਉ ਕਰਤ ਠਗੌਰੀ ਜਾਦਵ ਇਹ ਫਲ ਪਾਏ। ਮਹਾਰਾਜ ਕਹਿੰਦੇ ਦੁਰਵਾਸੇ ਨਾ ਠਗੌਰੀ ਕਰਕੇ ਉਹਨੂੰ ਕ੍ਰੋਧ ਵਿੱਚ ਲੈ ਆਂਦਾ, ਤੇ ਜਦੋਂ ਕ੍ਰੋਧ ਵਿੱਚ ਆ ਗਿਆ ਵੇਖੋ 56 ਕਰੋੜ ਜਾਦਵ ਵੀ ਉਹਦੇ ਸਰਾਫ ਕਰਕੇ ਨਾਸ ਹੋ ਗਏ। ਫਿਰ ਵੀ ਜਗਤ ਦੇ ਲੋਕਾਂ ਨੂੰ ਪਤਾ ਵੀ ਕਾਮ ਕਰਕੇ ਰਾਵਣ ਜਿਹੜਾ ਸੀ ਉਹ ਬੇਪਤਾ ਹੋ ਕੇ ਮਰਿਆ, ਫਿਰ ਵੀ ਕਾਮ ਭੋਗਣੋਂ ਨਹੀਂ ਹਟਦੇ, ਮੰਦੇ ਵਿਕਾਰ ਰੱਖਦੇ ਆ ਪਰਾਏ ਸਰੀਰਾਂ ਪ੍ਰਤੀ। ਕ੍ਰੋਧ ਕਰਕੇ ਦਰਬਾਸੇ ਦੇ 56 ਕਰੋੜ ਜਾਦਵ ਮਰ ਗਏ, ਕ੍ਰਿਸ਼ਨ ਦੀ ਕੁੱਲ ਦਾ ਨਾਸ ਹੋ ਗਿਆ, ਫਿਰ ਵੀ ਕ੍ਰੋਧ ਕਰਨੋਂ ਨਹੀਂ ਹਟਦੇ। ਅਹੰਕਾਰ ਮਾਤੇ, ਤੇ ਹੰਕਾਰ ਕਰਕੇ ਜਿਹੜਾ ਸੀ ਦਰਜੋਧਨ ਕੈਰਵ ਮੇਰੀ ਮੇਰੀ ਕੈਰੋਂ ਕਰਤੇ ਦਰਜੋਧਨ ਸੇ ਭਾਈ। ਕਹਿੰਦੇ ਵੀ ਮੇਰੀ ਮੇਰੀ ਕਰਦੇ ਸਨ ਵੀ ਸਭ ਕੁਝ ਮੇਰਾ, ਸਭ ਕੁਝ ਮੇਰਾ, ਤੇ ਹੰਕਾਰ ਕਰਦੇ ਸਨ। ਕ੍ਰਿਸ਼ਨ ਜੀ ਕਹਿਣ ਲੱਗੇ ਵੀ ਇਹ ਪਾਂਡਵ ਇਹ ਤੇਰੇ ਆਪਣੇ ਹੀ ਨੇ, 5 ਪਿੰਡ ਦੇ ਦੇ ਇਹਨਾਂ ਨੂੰ। ਹੰਕਾਰ ਵਿੱਚ ਆ ਕੇ ਕਹਿਣ ਲੱਗਾ ਉਹ ਗਾਈਆਂ ਚਾਰਨ ਵਾਲਿਆਂ ਦਾ ਪੁੱਤਾ, ਤੈਨੂੰ ਕੀ ਪਤਾ ਰਾਜਨੀਤੀ ਕੀ ਹੁੰਦੀ ਹੈ, ਗਵਾਲਿਆਂ ਦੇ ਪੁੱਤਰਾ। ਏਦਾਂ ਕਹਿ ਕਰਕੇ ਵੀ ਤੂੰ 5 ਪਿੰਡਾਂ ਨਾਲ ਇਹ ਹਲ ਦੇ ਜਿਹੜੀ ਨੋਕ ਹੁੰਦੀ ਆ ਨਾ, ਤਿੱਖੀ ਹਲ ਵਾਹੁੰਦੇ ਆ, ਉਹਦੀ ਹਲ ਦੀ ਤਿੱਖੀ ਨੋਕ ਜਿੰਨੀ ਧਰਤੀ ਨਹੀਂ ਮੈਂ ਇਹਨਾਂ ਨੂੰ ਦਿਆਂਗਾ। ਐਵੇਂ ਹੰਕਾਰ ਵਿੱਚ ਮਾਤੇ ਹਨ ਸੰਸਾਰ ਦੇ ਜੀਵ। ਕਾਮ ਕਰਕੇ ਰਾਵਣ ਵਰਗੇ ਮਾਰੇ ਗਏ, ਕ੍ਰੋਧ ਕਰਕੇ ਦਰਬਾਸ਼ੇ ਦੇ ਤੇ ਸਾਰੀ ਜਾਦਵਾਂ ਦੀ ਕੁੱਲ ਨਾਸ ਹੋ ਗਈ। ਹੰਕਾਰ ਕਰਕੇ ਕੈਰਵਾਂ ਦਾ ਨਾਮੋ ਨਿਸ਼ਾਨ ਨਹੀਂ ਲੱਭਦਾ। ਇਹ ਪਿਛਲੀਆਂ ਸਾਰੀਆਂ ਗੱਲਾਂ ਸਾਨੂੰ ਪਤਾ ਹਨ, ਪਰ ਫੇਰ ਵੀ ਪਾਤਸ਼ਾਹ ਕਹਿੰਦੇ ਆ ਜੀਵ ਤੁਸੀਂ ਇਹਨਾਂ ਵਿਕਾਰਾਂ ਦੀ ਮਾਤੇ ਮਸਤ ਹੋ ਰਹੇ ਹੋ, ਸ਼ਰਾਬੀ ਹੋ ਰਹੇ ਹੋ। ਵਿਆਪਿਆ ਸੰਸਾਰ, ਸਾਰੇ ਜਗਤ ਦੇ ਲੋਕਾਂ ਨੂੰ ਪਤਾ ਹੈ ਵੀ ਵਿਕਾਰ ਜਿਹੜੇ ਦੁਖਦਾਈ ਨੇ, ਫੇਰ ਵੀ ਸਾਰਾ ਸੰਸਾਰ ਸਤਿਗੁਰੂ ਕਹਿੰਦੇ ਇਹਨਾਂ 'ਚ ਵਿਆਪ ਰਿਹਾ ਹੈ। ਇਹ ਵਿਕਾਰ ਭੋਗਣ ਵਿੱਚ ਹੀ ਲੱਗਿਆ ਹੋਇਆ ਹੈ। ਸੰਸਾਰ ਦਾ ਵਰਤਾਰਾ ਇਹਨਾਂ ਦੇ ਉੱਤੇ ਆਪਣਾ ਪ੍ਰਭਾਵ ਪਾ ਰਿਹਾ, ਤਾਂ ਹੀ ਉਹ ਜੰਮਣ ਮਰਨ ਦੇ ਦੁੱਖ ਨੂੰ ਭੋਗ ਰਹੇ ਨੇ। ਪਾਉ ਸੰਤ ਸਰਣੀ ਲਾਗ ਚਰਣੀ, ਪਾਉ ਸੰਤ ਸਰਣੀ ਲਾਗ ਚਰਣੀ। ਫਿਰ ਸਿੱਖ ਬੇਨਤੀ ਕਰਦੇ ਮਹਾਰਾਜ ਫਿਰ ਸਾਡਾ ਕਿਵੇਂ ਬਚਾਅ ਹੋਵੇ, ਜੇ ਏਡੇ ਵੱਡੇ ਵੱਡੇ ਆਪਣੇ ਆਪ ਨੂੰ ਖਵਾਉਣ ਵਾਲੇ ਉਹ ਗਰਕ ਹੋ ਗਏ, ਅਸੀਂ ਕਿਵੇਂ ਬਚਾਂਗੇ। ਤਾਂ ਪਾਤਸ਼ਾਹ ਕਹਿੰਦੇ ਹਾਲਾਂ ਸਮਾਂ ਹੈ ਪਾਉ ਸੰਤ ਸਰਣੀ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਉਹ ਪੂਰਨ ਸੰਤ ਨੇ ਜਿਹੜੇ ਸਵਾਸ ਸਵਾਹ ਨਾਮ ਜਪਦੇ, ਉਹਨਾਂ ਦੀ ਕਹਿੰਦੇ ਭੱਜ ਕੇ ਹਾਲਾਂ ਵੀ ਸ਼ਰਨ ਪੈ ਜਾਓ। ਪੂਰਨ ਸਤਿਗੁਰੂ ਸੰਤ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਪੈ ਜਾਓ। ਲਾਗ ਚਰਣੀ, ਤੇ ਮਹਾਰਾਜ ਦੇ ਚਰਨ ਕਮਲਾਂ ਦੇ ਨਾਲ ਆਪਣਾ ਮਨ ਲਾਓ। ਗੁਰਾਂ ਦੇ ਚਰਨਾਂ ਦਾ ਓਟ ਆਸਰਾ ਲੈ ਲਵੋ ਸ਼ਰਨ ਵਿੱਚ ਪੈ ਕੇ। ਮਿਟੈ ਦੁਖ ਅੰਧਾਰ, ਜੰਮਣ ਮਰਨ ਦੇ ਦੁੱਖ, ਸ਼ਾਇਦ ਕਾਮ ਕ੍ਰੋਧ ਹੰਕਾਰ ਵਿਕਾਰਾਂ ਦੇ ਜਿਹੜੇ ਦੁੱਖ ਨੇ, ਇਹ ਦੁੱਖ ਵੀ ਤੇਰਾ ਮਿਟ ਜਾਊਗਾ। ਤੇ ਅਗਿਆਨਤਾ ਦੇ ਹਨੇਰੇ ਕਰਕੇ ਠੇਡੇ ਖਾਨਾ ਫਿਰਦਾ, ਜਿਵੇਂ ਹਨੇਰੇ 'ਚ ਬੰਦੇ ਨੂੰ ਉੱਚਾ ਨੀਵਾਂ ਥਾਂ ਨਹੀਂ ਨਾ ਦਿਖਦਾ,
ਇਵੇਂ ਅਗਿਆਨਤਾ ਕਰਕੇ ਇਹਨੂੰ ਚੰਗਾ ਮੰਦਾ ਥਾਂ ਨਹੀਂ ਦਿਖਦਾ, ਸੰਗਤ ਕੁਸੰਗਤ ਦਾ ਪਤਾ ਨਹੀਂ ਲੱਗਦਾ। ਤੇ ਇਹ ਹਨੇਰਾ ਵੀ ਤੇਰਾ ਪਿਆਰਿਆ ਮਿਟ ਜਾਵੇਗਾ ਸਾਧੂਆਂ ਦੀ ਸ਼ਰਨ ਦੇ ਵਿੱਚ ਆ ਕੇ। ਸਤ ਸੰਤੋਖ ਦਇਆ ਕਮਾਵੇ। ਫਿਰ ਮਹਾਰਾਜ ਕਹਿੰਦੇ ਜਿਹੜਾ ਜੀਵ ਹੈ ਇਹ ਸਤ ਪ੍ਰਤੱਗੀ ਹੋਵੇ, ਸਤ ਵਿੱਚ ਕਾਇਮ ਰਹੇ, ਸਦਾ ਚੰਗਾ ਜੀਵਨ ਆਚਰਣ ਰੱਖੇ, ਸਤ ਬਚਨ ਕਹੇ, ਸੰਤੋਖੀ ਹੋਵੇ ਤੇ ਦਇਆ ਦੇ ਕਰਮਾਂ ਨੂੰ ਕਮਾਉਣਾ ਕਰੇ। ਇਹ ਸ਼ੁਭ ਗੁਣ ਜਿਹੜੇ ਹਨ ਇਹ ਜੀਵ ਦੀ ਕਲਿਆਣ ਕਰ ਦਿੰਦੇ ਨੇ। ਇੱਕ ਤਾਂ ਸਾਧ ਸੰਗਤ ਪੁਰਾਣੇ ਸਮਿਆਂ ਦੇ ਵਿੱਚ ਉਹਨਾਂ ਨੂੰ ਵੀ ਸੱਤ ਸਤੀਆਂ ਕਹਿ ਦਿੰਦੇ ਸਨ, ਜਿਹੜੀਆਂ ਮੜਿਆਂ ਦੇ ਵਿੱਚ ਛਾਲ ਮਾਰ ਕੇ ਚਿਖਾ ਦੇ ਵਿੱਚ ਸੜ ਜਾਂਦੀਆਂ, ਕਹਿੰਦੇ ਸਤੀਆਂ ਨੇ। ਪਰ ਮਹਾਰਾਜ ਸਾਹਿਬ ਜੀ ਨੇ ਇੱਥੇ ਕਿਹਾ ਵੀ ਬੇਨ ਸਤ ਸਤੀ ਕੈਸੇ ਹੋਏ ਨਾਰ, ਪੰਡਤ ਦੇਖੋ ਹਿਰਦੇ ਵਿਚਾਰ। ਵੀ ਬਿਨਾਂ ਸਤ ਧਾਰਨ ਤੋਂ ਨਾਰ ਇਸਤਰੀ ਸਤੀ ਕਿਵੇਂ ਕਹਾ ਸਕਦੀ ਹੈ? ਤੇ ਜਿਹਦਾ ਜੀਵਨ ਸਤੀਆਂ ਵਾਲਾ ਹੈ ਉਹਨੂੰ ਕੋਈ ਡੁਲਾ ਨਹੀਂ ਸਕਦਾ। ਦੱਤਾਤਰੇय ਤੇ ਦੁਰਵਾਸੇ ਦੀ ਸਾਧ ਸੰਗਤ ਜੀ ਮਾਤਾ ਦਾ ਨਾਂ ਸੀ ਅਣਸੂਆ। ਇਹ ਬਹੁਤ ਹੀ ਸਤੀ ਸੀ ਬੀਬੀ, ਬਹੁਤ ਸਤ ਵਾਲੀ, ਪਤੀਵ੍ਰਤਾ ਧਰਮ ਦੇ ਵਿੱਚ ਪਰਪੱਕ। ਮੰਦਾ ਭੋਗਣਾ ਕੀ ਇਹਨੇ ਕਦੀ ਖਿਆਲ 'ਚ ਮੰਦਾ ਨਹੀਂ ਸੀ ਲਿਆਂਦਾ। ਤੇ ਇਹਦੀ ਬਹੁਤ ਮਹਾਨਤਾ ਵੇਖ ਕੇ ਜਿਹੜੀ ਪਾਰਵਤੀ ਹੈ, ਲక్ష్ਮੀ ਹੈ ਤੇ ਬ੍ਰਾਹਮਣੀ ਹੈ ਨਾ, ਜੋ ਵਿਸ਼ਨੂੰ ਸ਼ਿਵ ਜੀ ਤੇ ਬ੍ਰਹਮਾ ਦੀਆਂ ਘਰ ਵਾਲੀਆਂ ਨਾ ਕਿਹਾ ਵੀ ਇਹਦੇ ਕਰਕੇ ਸਾਡੀ ਵਡਿਆਈ ਘਟ ਰਹੀ ਹੈ, ਇਹਨੂੰ ਮੋਹਿਤ ਕਰਕੇ ਇਹਦਾ ਸਤ ਭੰਗ ਕਰ ਦਿਓ। ਉਹ ਤਿੰਨੇ ਹੀ ਦੇਵਤੇ ਜਿਹੜੇ ਆਪਣੀਆਂ ਘਰ ਵਾਲੀਆਂ ਦੇ ਕਹੇ ਲੱਗ ਕੇ ਬ੍ਰਹਮਾ, ਸ਼ਿਵ ਜੀ ਅਤੇ ਫਿਰ ਇਸੇ ਤਰ੍ਹਾਂ ਵਿਸ਼ਨੂੰ ਇਹ ਆ ਗਏ। ਜਦੋਂ ਆਏ ਮੋਹਿਤ ਕਰਨ ਵਾਸਤੇ ਤਾਂ ਉਹ ਅਣਸੂਆ ਬੀਬੀ ਨੇ ਕਿਹਾ ਵੀ ਹੇ ਮਹਾਰਾਜ, ਜੇ ਮੈਂ ਸਤੀ ਹਾਂ ਅਸਲ ਦੇ ਵਿੱਚ ਤਾਂ ਇਹ ਤਿੰਨੇ ਹੀ ਬੱਚੇ ਬਣ ਜਾਣ। ਉਸੇ ਵੇਲੇ ਉਹ ਤਿੰਨੇ ਛੋਟੇ ਛੋਟੇ ਬੱਚੇ ਬਣ ਗਏ। ਫਿਰ ਉਹ ਕੁਛੜ ਚੱਕ ਕੇ ਖੜਾਈ ਜਾਵੇ। ਤੇ ਜਿਹੜੀਆਂ ਤਿੰਨੇ ਦੇਵੀਆਂ ਸਨ ਇਹ ਫਿਰ ਤਰਲੇ ਕੱਢਣ ਲੱਗ ਪਈਆਂ, ਬਹੁਤ ਬੇਨਤੀਆਂ ਕੀਤੀਆਂ ਵੀ ਸਾਡੇ ਕੋਲ ਗਲਤੀ ਹੋ ਗਈ ਹੈ, ਸਾਡੇ ਪਤੀਆਂ ਨੂੰ ਪਹਿਲੇ ਸਰੂਪ ਦੇ ਵਿੱਚ ਲਿਆ ਦਿਓ। ਦਇਆ ਆ ਗਈ ਉਸ ਅਣਸੂਆ ਸਤੀ ਬੀਬੀ ਦੇ ਮਨ ਦੇ ਵਿੱਚ। ਤੇ ਜਦੋਂ ਦਇਆ ਆਈ ਤਾਂ ਉਹਨੇ ਕਿਹਾ ਵੀ ਫੇਰ ਪਹਿਲਾਂ ਵਰਗੇ ਹੋ ਜਾਣ, ਤੇ ਉਹਦੇ ਸਤ ਦੇ ਪ੍ਰਤਾਪ ਕਰਕੇ ਉਹ ਫੇਰ ਪਹਿਲਾਂ ਵਰਗੇ ਹੋ ਗਏ। ਪਰ ਈਰਖਾ ਨਹੀਂ ਸਾਧ ਸੰਗਤ, ਲక్ష్ਮੀ ਪਾਰਵਤੀ ਆਦਿਕ ਨੇ ਈਰਖਾ ਨਾ ਛੱਡੀ। ਕੁਝ ਸਮਾਂ ਪਾ ਕੇ ਫੇਰ ਉਹ ਭੇਜ ਦਿੱਤੇ। ਤਾਂ ਫੇਰ ਉਹ ਜੋ ਅਣਸੂਆ ਸੀ ਉਹਨੂੰ ਮੋਹਿਤ ਕਰਨ ਆਏ। ਉਹ ਗੁੱਸੇ ਜਾ ਕੇ ਸ਼ਰਾਪ ਦੇਣ ਲੱਗੀ ਇਹਨਾਂ ਨੂੰ। ਤਾਂ ਇਹਦੇ ਸ਼ਰਾਪ ਤੋਂ ਡਰਦਿਆਂ ਹੋਇਆਂ ਉਸੇ ਵੇਲੇ ਕਹਿੰਦੇ ਵੀ ਇਹਨਾਂ ਤਿੰਨਾਂ ਨੇ ਆਪਣੇ ਰੂਪ ਵਟਾ ਲਏ। ਜਿਹੜਾ ਵਿਸ਼ਨੂੰ ਹੈ ਇਹ ਜਾ ਕੇ ਬਰੋਟੇ ਦਾ ਰੁੱਖ ਬਣ ਗਿਆ, ਜਿਹੜਾ ਸ਼ਿਵ ਜੀ ਹੈ ਨਿੰਮ ਦਾ ਦਰਖਤ ਬਣ ਗਿਆ, ਤੇ ਬ੍ਰਹਮਾ ਪਿੱਪਲ ਬਣ ਗਿਆ। ਤੇ ਇਸੇ ਕਰਕੇ ਹੁਣ ਵੀ ਪੁਜਾਰੀ ਜਿਹੜੇ ਹਨ ਇਹਨਾਂ ਨੂੰ ਪਾਣੀ ਪਾਉਂਦੇ ਫਿਰਦੇ ਨੇ ਵੀ ਸ਼ਾਂਤੀ ਨਹੀਂ ਇਹਨਾਂ ਨੂੰ ਆਉਂਦੀ, ਵੀ ਪਿੱਪਲ ਨੂੰ ਪਾਣੀ ਪਾਓ, ਨਿੰਮ ਨੂੰ, ਬਰੋਟੇ ਦੇ ਦਰਖਤ ਨੂੰ ਪਾਓ। ਇਸ ਪ੍ਰਕਾਰ ਉਹ ਸੱਤ ਵਾਲੀ ਬੀਬੀ ਸੀ ਵੀ ਇਹ ਤਿੰਨ ਦੇਵਤੇ ਜਿਹੜੇ ਸਨ ਉਹ ਵੀ ਉਹਦਾ ਸਤ ਨਹੀਂ ਸੀ ਤੋੜ ਸਕੇ। ਉਹਦੇ ਚੰਗੇ ਆਚਰਣ ਦੇ ਅੱਗੇ ਇਹਨਾਂ ਨੂੰ ਵੀ ਨੱਸਣਾ ਪਿਆ। ਇਸ ਤਰ੍ਹਾਂ ਦਾ ਸਤ ਜੀਵਨ ਹੋਣਾ ਬਹੁਤ ਹੀ ਚੰਗਾ ਹੈ। ਜਿਹੜਾ ਸਤ ਪ੍ਰਤੱਗੀ ਰਹਿਣਾ ਹੈ, ਜੋ ਸੁੱਚੇ ਜੀਵਨ ਵਾਲੇ ਹੋਣਾ ਹੈ, ਇਹਦੇ ਨਾਲ ਪਰਮੇਸ਼ਰ ਦੀ ਖੁਸ਼ੀ ਮਿਲਦੀ ਹੈ। ਤੇ ਪੰਜਵੇਂ ਪਾਤਸ਼ਾਹ ਕਹਿੰਦੇ ਵੀ ਹੇ ਜੀਵ ਤੂੰ ਸਤ ਜੀਵਨ ਧਾਰਨ ਕਰ। ਫਿਰ ਸੰਤੋਖ ਤੋਂ ਬਗੈਰ, ਕਿਉਂਕਿ ਬਿਨਾਂ ਸੰਤੋਖ ਨਹੀਂ ਕੋ ਰਾਜਾ। ਜੇ ਸੰਤੋਖ ਨਹੀਂ ਹੈ ਨਾ ਤਾਂ ਸਾਧ ਸੰਗਤ ਕੋਈ ਬੰਦਾ ਰੱਜਦਾ ਨਹੀਂ। ਸੰਤੋਖ ਬੰਨ ਹੈ। ਸੰਤੋਖ ਹੋਵੇਗਾ ਤਾਂ ਥੋੜੀ ਵਸਤੂ ਤੇ ਵੀ ਰੱਜ ਜਾਂਦਾ। ਸੰਤੋਖ ਨਾ ਹੋਵੇ ਤਾਂ ਫੇਰ ਜਿੰਨੇ ਮਰਜ਼ੀ ਪਦਾਰਥ ਹੋਣ ਤਾਂ ਵੀ ਨਹੀਂ ਰੱਜਦਾ। ਚੁਣਕ ਰਿਖੀ ਹੋਇਆ ਸਤਜੁਗ ਦੇ ਸਮੇਂ ਦੇ ਵਿੱਚ। ਜੰਗਲ 'ਚ ਰਹਿੰਦੇ ਸਨ। ਇੱਕ ਆਪ ਹੈ, ਇੱਕ ਇਹਦੀ ਘਰ ਦੀ ਹੈ, ਪੁੱਤਰ ਹੈ ਤੇ ਨੂੰਹ ਹੈ। ਚੌਵੇਂ ਜਾਣੇ ਬੰਦਗੀ ਕਰਦੇ। 7 ਦਿਨ ਇਹਨਾਂ ਨੂੰ ਕੁਝ ਖਾਣ ਨੂੰ ਨਾ ਮਿਲਿਆ। 7 ਦਿਨਾਂ ਦੇ ਭੁੱਖੇ ਸਨ। ਇੱਕ ਦਿਨ ਕੀੜਿਆਂ ਦੇ ਭੌਣ ਦੇ ਵਿੱਚੋਂ ਕੁਝ ਭੁੱਜੇ ਹੋਏ ਸੱਤੂ ਮਿਲੇ। ਜਿਹੜੇ ਕੱਚੇ ਜੇ ਜੌਂ ਹੋਣ ਤੇ ਉਹਨਾਂ ਨੂੰ ਜਦੋਂ ਭੁੰਨਿਆ ਜਾਂਦਾ ਉਹਨਾਂ ਨੂੰ ਸੱਤੂ ਕਹਿੰਦੇ ਨੇ। ਤੇ ਇਹ ਭੁੱਜੇ ਹੋਏ ਸੱਤੂ ਇਹਨਾਂ ਨੂੰ ਕੁਝ ਮਿਲੇ ਕੀੜਿਆਂ ਦੇ ਭੌਣ 'ਚੋਂ। ਇਹਨਾਂ ਇਕੱਠੇ ਕਰ ਲਏ, ਰਗੜ ਲਏ, ਤੇ ਰਗੜ ਕਰਕੇ ਤੇ ਸਾਧ ਸੰਗਤ ਪਾਣੀ 'ਚ ਪਾ ਕਰਕੇ ਇਹ ਪੀਣ ਲੱਗੇ। 5 ਹਿੱਸੇ ਕਰ ਲਏ ਪਹਿਲਾਂ। ਇਹ 4 ਜਾਣੇ ਤਾਂ ਆਪ ਸਨ,
ਇੱਕ ਰਿਖੀ ਆਪ ਇਹਦੀ ਘਰ ਦੀ, ਇਹਦਾ ਪੁੱਤ ਤੇ ਇਹਦੀ ਨੂੰਹ, ਤੇ ਇੱਕ ਪਰਮੇਸ਼ਰ ਦੇ ਨਾਮ ਦਾ ਹਿੱਸਾ ਕੱਢ ਲਿਆ। ਇਹ ਜਦੋਂ ਖਾਣ ਹੀ ਲੱਗੇ ਤਾਂ ਵਾਹਿਗੁਰੂ ਨੇ ਇਹਨਾਂ ਦੀ ਪਰਖ ਕਰਨ ਵਾਸਤੇ ਇੱਕ ਰਾਮਚੰਦਰ ਨਾਮ ਦਾ ਬ੍ਰਾਹਮਣ ਦਾ ਰੂਪ ਬਣਾ ਕੇ ਤੇ ਆ ਕੇ ਆਵਾਜ਼ ਮਾਰੀ ਵੀ ਰਿਖੀ ਜੀ ਬਹੁਤ ਭੁੱਖ ਲੱਗੀ ਹੈ, ਕੁਝ ਖਾਣ ਨੂੰ ਦਿਓ। ਇਹਨਾਂ ਨੇ ਪਰਮੇਸ਼ਰ ਵਾਲਾ ਵਰਤਾਰਾ ਇਹਨੂੰ ਦਿੱਤਾ। ਉਹ ਖਾ ਕੇ ਕਹਿੰਦਾ ਹੋਰ ਲੱਗੀ ਹੈ। ਰਿਖੀ ਨੇ ਆਪਣਾ ਦੇਤਾ, ਫਿਰ ਘਰ ਦੀ ਦਾ, ਪੁੱਤਰ ਨੂੰਹ ਦਾ, 5 ਵਰਤਾਰੇ ਹੀ ਛਕ ਗਿਆ। ਪਰ ਫੇਰ ਵੀ ਉਹਨਾਂ ਨੇ ਖਵਾ ਕੇ ਕਿਹਾ ਵੀ ਮਾਲਕਾ ਤੇਰਾ ਸ਼ੁਕਰ ਹੈ ਵੀ ਅਸੀਂ ਕਿਸੇ ਭੁੱਖੇ ਦੇ ਕੰਮ ਆ ਸਕੇ ਹਾਂ। ਇਹਨਾਂ ਦਾ ਐਸਾ ਸੰਤੋਖ ਵੇਖ ਕੇ ਫਿਰ ਮਾਲਕ ਦੀ ਇਹਨਾਂ ਤੇ ਖੁਸ਼ੀ ਹੋਈ ਵੀ 7 ਦਿਨਾਂ ਦੇ ਭੁੱਖੇ ਸਨ ਤੇ ਆਪਣਾ ਵੀ ਸਾਰਾ ਕੁਝ ਹੀ ਦੇ ਕਰਕੇ ਤੇ ਫਿਰ ਵੀ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਰਹੇ। ਸੋ ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਸੰਤੋਖੀ ਜੀਵਨ ਸਿੱਖ ਦਾ ਹੋਣਾ ਚਾਹੀਦਾ। ਸਤ ਸੰਤੋਖ ਦਇਆ ਕਮਾਵੇ, ਤੇ ਫਿਰ ਦਇਆ ਕਮਾਉਣੀ ਚਾਹੀਦੀ ਜੀਵਨ ਦੇ ਵਿੱਚ। 7 ਦਿਨ ਹੋ ਗਏ ਸੀ ਘੋੜਿਆਂ ਦੀਆਂ ਕਾਠੀਆਂ ਤੇ ਸਿੰਘਾਂ ਨੂੰ, ਕਿਧਰੇ ਖਾਣ ਪੀਣ ਵਾਸਤੇ, ਕੋਈ ਭੋਜਨ ਤੇ ਆਰਾਮ ਵਾਸਤੇ ਸਮਾਂ ਨਹੀਂ ਸੀ ਮਿਲਿਆ। ਹਾਲਾਂ ਪ੍ਰਸ਼ਾਦੇ ਹੱਥਾਂ ਤੇ ਰੱਖੇ ਹੀ ਸਨ ਵੀ ਕਿਸੇ ਨੇ ਆ ਕੇ ਕਿਹਾ ਵੀ ਜਿਹੜੇ ਗਿਲਜੇ ਜਰਵਾਣੇ ਨੇ ਹਿੰਦੁਸਤਾਨ ਦੀਆਂ 18,000 ਬਹੂ ਬੇਟੀਆਂ ਚੁੱਕ ਕੇ ਲੈ ਚੱਲੇ ਆ। ਤੇ ਸਾਧ ਸੰਗਤ ਸਿੰਘਾਂ ਨੇ ਉਸੇ ਵੇਲੇ ਫੈਸਲਾ ਕੀਤਾ, ਕਿਉਂਕਿ ਦਇਆ ਇਹੀ ਹੈ ਜਿਹੜਾ ਕਿਸੇ ਜੀਵ ਨੂੰ ਬਚਾਉਣ ਵਾਸਤੇ ਉਦਮ ਕਰਨਾ। ਵੀ ਪ੍ਰਸ਼ਾਦਾ ਜਿੱਥੇ 7 ਦਿਨ ਨਹੀਂ ਛਕਿਆ, ਹੁਣ ਉਦੋਂ ਹੀ ਆ ਕੇ ਛਕਾਂਗੇ ਜਦੋਂ ਇਹ ਬੱਚੀਆਂ ਦੀ ਇੱਜ਼ਤ ਸਲਾਮਤ ਲੈ ਕੇ ਅਸੀਂ ਉਹਨਾਂ ਨੂੰ ਵਾਪਸ ਆਵਾਂਗੇ। ਤੇ ਬੱਲੋ ਕੇ ਹੈਡ ਤੇ ਜਾ ਕੇ ਉਹ ਗਿਲਜੀਆਂ ਦੇ ਕੋਲੋਂ, ਜਰਵਾਣਿਆਂ ਦੇ ਕੋਲੋਂ ਹਿੰਦੁਸਤਾਨ ਦੀਆਂ 18,000 ਬਹੂ ਬੇਟੀਆਂ ਛੁਡਾ ਕੇ ਲਿਆਏ। ਐਸੀ ਦਇਆ ਕਮਾਈ ਤਾਂ ਫੇਰ ਆ ਕੇ ਇਹਨਾਂ ਪ੍ਰਸ਼ਾਦਾ ਛਕਿਆ ਸੀ। ਸੋ ਇਸ ਤਰ੍ਹਾਂ ਦੀ ਦਇਆ ਹੋਣੀ ਚਾਹੀਦੀ ਵੀ 7 ਦਿਨਾਂ ਦੇ ਭੁੱਖਿਆਂ ਨੇ ਇਹ ਨਹੀਂ ਆਖਿਆ ਵੀ ਅਸੀਂ ਰੋਟੀ ਤਾਂ ਖਾਧੀ ਨਹੀਂ, ਪਹਿਲਾਂ ਹੀ ਕੋਈ ਨਾ ਕੋਈ ਆ ਗਿਆ ਮਦਦ ਮੰਗਣ। ਉਸੇ ਵੇਲੇ ਹੀ ਪ੍ਰਸ਼ਾਦੇ ਉੱਥੇ ਹੀ ਪਏ ਰਹਿਣ ਦਿੱਤੇ ਤੇ ਉਹਨਾਂ ਨੂੰ ਛੁਡਾ ਕੇ ਲਿਆ ਕੇ ਫਿਰ ਭੋਜਨ ਛਕਿਆ ਸੀ। ਐਸੀ ਦਇਆ ਸਿੱਖ ਦੇ ਅੰਦਰ ਹੋਣੀ ਚਾਹੀਦੀ ਹੈ। ਸਤ ਜੀਵਨ ਹੋਵੇ, ਚੰਗਾ ਆਚਰਣ ਹੋਵੇ, ਸੰਤੋਖੀ ਹੋਵੇ ਤੇ ਦਇਆ ਦੇ ਕਰਮ ਕਮਾਵੇ। ਦਇਆ ਉਹ ਨਹੀਂ ਆ ਜੋ ਅੱਖਾਂ ਮੀਟ ਲੈਣੀਆਂ ਕਿ ਵੀ ਸਾਨੂੰ ਕੀ ਕਿਸੇ ਨਾਲ, ਅਸੀਂ ਤਾਂ ਨਹੀਂ ਨਾ ਕੁਝ ਕਰ ਰਹੇ। ਦਇਆ ਉਹ ਹੈ ਵੀ ਕਿਸੇ ਤੇ ਜ਼ੁਲਮ ਹੁੰਦਾ ਵੇਖ ਕੇ ਵੀ ਕਿਸੇ ਨੂੰ ਬਚਾ ਲੈਣਾ। ਇਹ ਦਇਆ ਦਾ ਕਰਮ ਸਿੱਖ ਕਮਾਵੇ। ਇਹ ਕਰਨੀ ਸਾਰ, ਕਿਉਂਕਿ ਜਿੰਨੇ ਵੀ ਕੰਮ ਨੇ ਦੁਨੀਆ ਦੇ ਕਰਨੀ ਕਮਾਈ, ਉਹ ਇਹੀ ਸਾਰ ਸ੍ਰੇਸ਼ਟ ਕਮਾਈ। ਇਹ ਤੋਂ ਉੱਪਰ ਕੋਈ ਹੋਰ ਕਮਾਈ ਨਹੀਂ, ਇਹ ਤੋਂ ਉੱਤਮ ਸ੍ਰੇਸ਼ਟ ਹੋਰ ਕੋਈ ਕਰਮ ਨਹੀਂ ਹੈ। ਆਪ ਛੋੜ ਸਭ ਹੋਏ ਰਹਿਣਾ, ਤੇ ਐਸੇ ਕਰਮ ਕਰਦਿਆਂ ਹੋਇਆਂ ਫਿਰ ਨਾਲ ਕਹਿੰਦੇ ਆਪ ਛੋੜ, ਆਪਾ ਭਾਵ ਛਾਡੀ ਦਵੇ। ਆਪਣੀ ਹੋਂਦ ਰੱਖੇ ਨਾ ਵੀ ਮੈਂ ਕੋਈ ਹੈ, ਆਪਣੀ ਹੋਂਦ ਤਿਆਗ ਕੇ ਤੇ ਸਾਰਿਆਂ ਦੀ ਚਰਨ ਧੂੜ ਹੋ ਕੇ ਰਹਿਣਾ ਕਰੇ। ਜਿਸ ਦੇ ਪ੍ਰਭ ਨਿਰੰਕਾਰ, ਪਰ ਇਹ ਦਾਤ ਮਿਲਦੀ ਵੀ ਕਿਹਨੂੰ ਐ? ਸਭ ਦੀ ਧੂੜ ਬਣ ਕੇ ਰਹਿਣਾ। ਆਪਾ ਭਾਵ ਹੰਕਾਰ ਛੱਡਣਾ, ਸੰਤੋਖੀ ਸਤੀ ਤੇ ਦਇਆਵਾਨ ਹੋਣਾ, ਜਿਸ ਨੂੰ ਆਪ ਨਿਰੰਕਾਰ ਆਕਾਰ ਤੋਂ ਰਹਿਤ ਪ੍ਰਭੂ ਗੁਰਾਂ ਦੇ ਰਾਹੀਂ ਇਹ ਦਾਤ ਬਖਸ਼ਦਾ ਹੈ, ਉਹਨੂੰ ਹੀ ਸਾਧ ਸੰਗਤ ਜੀ ਇਹ ਦਾਤ ਮਿਲਦੀ ਹੈ। ਜਾਂ ਸਿੱਖ ਦੀ ਭਾਵਨਾ ਹੋਵੇ ਵੀ ਇਹ ਸਾਰੇ ਗੁਣ ਇਹਦੇ ਵਿੱਚ ਹੋਣ, ਤਿਆਗੀ ਵੀ ਹੋਵੇ ਪਰ ਫੇਰ ਵੀ ਕਹੇ ਵੀ ਮਹਾਰਾਜ ਇਹ ਸਭ ਕੁਝ ਤੂੰ ਹੀ ਦਿੱਤਾ ਹੈ, ਸਾਡੇ ਪੱਲੇ ਕੁਝ ਨਹੀਂ ਹੈ। ਇਹਨੂੰ ਫਿਰ ਕਹਿ ਦਿੰਦੇ ਵੀ ਤਿਆਗ ਦਾ ਵੀ ਤਿਆਗ ਕਰ ਦੇਣਾ, ਕਿਉਂਕਿ ਤਿਆਗ ਦਾ ਵੀ ਹੰਕਾਰ ਹੁੰਦਾ। ਮੈਂ ਉਹ ਛੱਡ ਦਿੱਤਾ, ਮੈਂ ਆਹ ਛੱਡ ਦਿੱਤਾ। ਕਈ ਤਾਂ ਇੱਦਾਂ ਹੀ ਕਹਿੰਦੇ ਵੀ ਅਸੀਂ ਘਰ-ਬਾਰ ਛੱਡ ਦਿੱਤਾ। ਐਵੇਂ ਮੁਨੀ ਮਹਾਤਮਾ ਉਹ ਕਹਿੰਦੇ ਅਸੀਂ ਗ੍ਰਸਥ ਛੱਡ ਆਏ, ਬੱਚਿਆਂ ਦੇ ਸੁੱਖ ਛੱਡ ਆਏ, ਅਸੀਂ ਤਾਂ ਵੇਖੋ ਜੀ ਫਲਾਣੇ ਸਮੇਂ ਆ ਮਾਇਆ ਛੱਡ ਦਿੱਤੀ। ਇੱਦਾਂ ਫਿਰ ਇਹ ਜਿਹੜਾ ਤਿਆਗ ਕਰਨ ਦਾ ਵੀ ਹੰਕਾਰ ਹੈ ਨਾ, ਇਹਨੂੰ ਵੀ ਤਿਆਗਣਾ ਹੈ, ਇਹ ਵੀ ਨਹੀਂ ਰੱਖਣਾ। ਬਿਲਕੁਲ ਕੁਝ ਕਹਿਣਾ ਹੀ ਨਹੀਂ, ਕਹਿੰਦੇ ਬਸ ਮਾਲਕ ਨੇ ਜੋ ਕੀਤਾ ਕਰਾਇਆ ਹੈ, ਸਾਡੇ ਕੋਲ ਇੰਨੀ ਸਮਰੱਥਾ ਨਹੀਂ, ਸਾਡੇ ਕੋਲ ਇੰਨਾ ਬਲ ਨਹੀਂ ਵੀ ਅਸੀਂ ਆਪੋਂ ਕੁਝ ਕਰ ਸਕਦੇ। ਜਿਸ ਦੇ ਪ੍ਰਭ ਨਿਰੰਕਾਰ, ਜਿਸ ਨੂੰ ਪਰਮੇਸ਼ਰ ਅਕਾਲ ਪੁਰਖ ਆਪ ਇਹ ਦਾਤ ਦਿੰਦਾ ਹੈ, ਉਸੇ ਨੂੰ ਪ੍ਰਾਪਤ ਹੁੰਦੀ ਹੈ। ਜੋ ਦੀਸੈ ਸੋ ਸਗਲ ਤੂੰ ਹੈ, ਤੂੰ ਹੈ ਇਕੱਠਾ ਹੀ ਪਾਠ ਕਰਨਾ ਵੀ ਜੋ ਦੀਸੈ ਸੋ ਸਗਲ ਤੂੰ ਹੈ। ਫਿਰ ਬ੍ਰਹਮ ਦ੍ਰਿਸ਼ਟੀ ਜਾਗ ਪੈਂਦੀ ਜਦੋਂ ਇਹ ਚੰਗੇ ਗੁਣ ਆ ਜਾਂਦੇ ਨੇ।
ਫੇਰ ਕੀ ਦੇਖਦਾ ਹੈ? ਪਹਿਲਾਂ ਦੇ ਦੇਖਦਾ ਸੀ ਆ ਫਲਾਨਾ ਏ, ਉਹ ਫਲਾਨਾ ਏ, 84 ਲੱਖ ਜੂਨਾਂ ਹੈ, ਹਰ ਇੱਕ ਜੂਨ ਦਾ ਵੱਖਰਾ ਨਾਮ ਆਉਂਦਾ ਸੀ ਵੀ ਆ ਫਲਾਨਾ ਜਾਨਵਰ ਹੈ, ਆ ਪੰਛੀ ਹੈ, ਕੁੱਤਾ ਹੈ, ਬਿੱਲਾ, ਆ ਫਲਾਨਾ ਸਿਉਂ ਹੈ। ਪਰ ਹੁਣ ਅਵਸਥਾ ਜਾਗੀ, ਜੋ ਦੀਸੈ ਸੋ ਸਗਲ ਤੂੰ ਹੈ, ਵੀ ਇਹ ਵਾਹਿਗੁਰੂ ਜੋ ਕੁਝ ਵੀ ਦਿਖ ਰਿਹਾ ਅਸਲ ਵਿੱਚ ਤੂੰ ਹੀ ਹੈ, ਤੇਰਾ ਆਪਣਾ ਆਪ ਰੂਪ ਹੀ ਹੈ। ਕੋਈ ਦੂਸਰਾ ਭਿੰਨ ਹੈ ਹੀ ਨਹੀਂ, ਕੋਈ ਭਿੰਨ ਜਾਤੀ ਨਹੀਂ, ਭਿੰਨ ਜੂਨ ਨਹੀਂ, ਭਿੰਨ ਸਰੀਰ ਨਹੀਂ ਹੈ। ਜੋ ਵੀ ਜਹਾਨ ਵਿੱਚ ਦਿਖ ਰਿਹਾ ਸਭ ਕੁਝ ਤੂੰ ਹੀ ਤੂੰ ਹੈ। ਅਸਰਿਆ ਪਾਸਾਰ ਆਪ ਹੀ ਮਹਾਰਾਜ ਤੂੰ ਆਤਮਾ ਰੂਪ ਹੈ ਤੇ ਆਪ ਹੀ ਪਰਮਾਤਮਾ ਰੂਪ ਹੈ, ਤੇ ਉਹੀ ਆਤਮਾ ਰੂਪ ਹੋ ਕੇ ਸਾਰੇ ਪਸਾਰੇ ਦੇ ਵਿੱਚ ਪਸਰ ਰਿਹਾ ਹੈ। ਕੀੜੀ ਤੋਂ ਲੈ ਕੇ ਹਾਥੀ ਤੀਕਰ ਸਾਰਿਆਂ 'ਚ ਬਰਾਬਰ ਤੇਰੀ ਜੋਤ ਜਗਦੀ ਹੈ। ਕਹੋ ਨਾਨਕ ਗੁਰ ਭਰਮ ਕਾਟਿਆ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਜਿਨ੍ਹਾਂ ਦਾ ਭਰਮ ਕੱਟ ਦਿੱਤਾ, ਭਰਮ ਦੇ ਪਰਦੇ ਪਰਾਂ ਕਰ ਦਿੱਤੇ, ਭੁਲੇਖੇ ਕੱਢ ਦਿੱਤੇ। ਸਗਲ ਬ੍ਰਹਮ ਵਿਚਾਰ ਉਹਨਾਂ ਨੇ ਸਭ ਕੁਝ ਬ੍ਰਹਮੀ ਵਿਚਾਰਿਆ ਹੈ ਵੀ ਬ੍ਰਹਮ ਦਿਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀ ਹੈ। ਇੱਕੋ ਇੱਕ ਹੀ ਹੈ ਕਹਿੰਦੇ ਸਭ ਵਿੱਚ ਬ੍ਰਹਮ ਹੀ ਬ੍ਰਹਮ ਦਿਖਦਾ ਹੈ। ਜਿਨ੍ਹਾਂ ਦੇ ਗੁਰੂ ਸਾਹਿਬ ਜੀ ਨੇ ਭਰਮ ਦੇ ਪਰਦੇ ਚੱਕ ਦਿੱਤੇ ਹਨ, ਜਿਨ੍ਹਾਂ ਦੇ ਭੁਲੇਖੇ ਗੁਰੂ ਸਾਹਿਬ ਜੀ ਨੇ ਕੱਢੇ ਨੇ। ਭਰਮ ਉਹ ਹੈ ਵੀ ਅਸਲੀਅਤ ਕੁਝ ਹੋਰ ਹੋਣੀ ਤੇ ਸਮਝੀ ਕੁਝ ਹੋਰ ਬੈਠਣਾ, ਵੀ ਅਸਲੀ ਚੀਜ਼ ਨੂੰ ਨਾ ਮੰਨ ਕੇ ਕੁਝ ਹੋਰ ਹੀ ਸਮਝ ਲੈਣਾ, ਇਹ ਭਰਮ ਭੁਲੇਖਾ ਹੈ। ਇਹ ਭਰਮ ਭੁਲੇਖਾ ਜਿਹੜਾ ਪਿਆ ਸੀ ਨਾ, ਸਰੀਰ ਨੂੰ ਆਪਾਂ ਸਰੂਪ ਮੰਨੀ ਬੈਠੇ ਵੀ ਮੈਂ ਸਰੀਰ ਹਾਂ, ਜਦੋਂ ਕਿ ਮੈਂ ਸਰੀਰ ਨਹੀਂ ਹਾਂ। ਮੈਂ ਆਤਮਾ ਤੇ ਪਰਮਾਤਮਾ ਇੱਕ ਰੂਪ ਹੁੰਦੀ ਹੈ। ਆਤਮਾ ਸੀ ਮਨ, ਤੂੰ ਜੋਤ ਸਰੂਪ ਹੈ। ਇਹ ਜਿਹੜੀ ਸੋਝੀ ਹੋ ਜਾਣੀ ਵੀ ਮਨਾ ਤੂੰ ਤੇ ਜੋਤੀ ਸਰੂਪ ਵਾਹਿਗੁਰੂ ਦੀ ਅੰਸ਼ ਹੈ, ਇਹ ਆਪਣਾ ਅਸਲਾ ਸਰੂਪ ਹੈ। ਤੇ ਪਾਤਸ਼ਾਹ ਜੀ ਕਹਿੰਦੇ ਵੀ ਇਸ ਤਰ੍ਹਾਂ ਗੁਰਾਂ ਨੇ ਭਰਮ ਕੱਟ ਕੇ ਤੇ ਇਹੋ ਜਿਹੀ ਰਹਿਮਤ ਕੀਤੀ ਵੀ ਹੁਣ ਬ੍ਰਹਮ ਦੀ ਇਹ ਵਿਚਾਰ ਹੁੰਦੀ ਹੈ ਵੀ ਸਾਰਿਆਂ ਵਿੱਚ ਬ੍ਰਹਮ ਹੀ ਹੈ, ਸਾਰਿਆਂ ਵਿੱਚ ਵਾਹਿਗੁਰੂ ਹੀ ਵਸ ਰਿਹਾ ਹੈ। ਇਹ ਪੰਜਵੇਂ ਪਾਤਸ਼ਾਹ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ਿਆ। ਚੰਗੇ ਗੁਣ ਧਾਰਨ ਕਰਨ ਦੀ ਸਿੱਖਿਆ, ਮਾੜੇ ਗੁਣਾਂ ਦਾ ਪਰਹੇਜ਼ ਰੱਖਣ ਦੇ ਲਈ ਸਾਨੂੰ ਪ੍ਰੇਰਣਾ ਕੀਤੀ ਹੈ। ਤੇ ਦਾਤ ਸਾਰੀ ਮਿਲਦੀ ਹੈ ਗੁਰੂ ਸਾਹਿਬ ਸਾਧੂਆਂ ਦੀ ਸਤ ਸੰਗਤ ਦੇ ਵਿੱਚੋਂ। ਮਹਾਰਾਜ ਕਿਰਪਾ ਕਰਨ ਜਿਹੜੇ ਆਪ ਤਰੇ ਨੇ, ਉਹਨਾਂ ਤਰਿਆਂ ਦੇ ਨਾਲ ਸਾਨੂੰ ਲਾ ਕੇ ਸਾਡਾ ਵੀ ਜੀਵਨ ਸਵਾਰ ਦੇਣ, ਆਪਣੀ ਸੰਗਤ ਦਾ ਸਹਾਰਾ ਦੇ ਕੇ ਪਾਪਾਂ ਪੁੰਨਾਂ ਤੋਂ, ਮਾੜੇ ਕਰਮਾਂ ਤੋਂ ਬਚਾ ਕੇ ਸੰਸਾਰ ਸਮੁੰਦਰ ਤੋਂ ਮੁਕਤ ਰੂਪੀ ਕਿਨਾਰੇ ਤੇ ਪਾਰ ਕਰ ਦੇਣੇ। ਦਾਤ ਗੁਰਾਂ ਦੇ ਪਾਸੋਂ ਮੰਗਿਆ ਕਰੋ। ਗੁਰ ਸ਼ਬਦ ਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹਨ। ਗੁਰੂ ਸਾਹਿਬ ਦੇ ਸੰਗਤ ਸਦਾ ਹੀ ਬਖਸ਼ਣਹਾਰ ਹੈ, ਬਖਸ਼ ਲੈਣਾ। ਜੋ ਦੀਸੈ ਸੋ ਸਗਲ ਤੂੰ ਹੈ, ਪਸਰਿਆ ਪਾਸਾਰ। ਕਹੋ ਨਾਨਕ ਗੁਰ ਭਰਮ ਕਾਟਿਆ, ਸਗਲ ਬ੍ਰਹਮ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ